ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 45 ਤੇ ਹੇਠਲਾ ਪੈਰਾ ਸ਼੍ਰੀ ਰਾਗ ਮਹਿਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਜਿਨ੍ਹਾਂ ਨੇ ਗੁਰੂ ਨਾਲ ਚਿਤ ਲਾਇਆ। ਸਾਡਾ ਗੁਰੂ ਕੌਣ ਹੈ? ਬਾਣੀ। ਜਿਨ੍ਹਾਂ ਬਾਣੀ ਨਾਲ ਚਿਤ ਲਾਇਆ, ਬਾਣੀ ਪੜ੍ਹੀ, ਬਾਣੀ ਨੂੰ ਮੰਨਿਆ, ਬਾਣੀ ਨੂੰ ਪਿਆਰ ਕੀਤਾ, ਸੇ ਪੂਰੇ ਪ੍ਰਧਾਨ। ਉਹ ਇੱਕ ਤੇ ਪੂਰਨ ਹੋ ਗਏ, ਇੱਕੋ ਮਹਾਂਪੁਰਖ ਹੋ ਗਏ। ਕੌਣ? ਜਿਨ੍ਹਾਂ ਨੇ ਬਾਣੀ ਨਾਲ ਚਿੱਤ ਲਾ ਲਿਆ। ਜਦੋਂ ਬਾਣੀ ਪੜ੍ਹਨ ਨੂੰ ਮਨ ਕਰੇ, ਬਾਣੀ ਪੜ੍ਹਨ 'ਚ ਆਨੰਦ ਆਵੇ, ਬਾਣੀ 'ਚ ਲਿਵ ਲੱਗੇ, ਸਮਝੋ ਹੁਣ ਬਾਣੀ ਨਾਲ ਚਿੱਤ ਲੱਗ ਗਿਆ ਹੈ। ਫਿਰ ਬੰਦਾ ਹੌਲੀ ਹੌਲੀ ਤਰੱਕੀ ਕਰਦਾ ਕਰਦਾ ਪ੍ਰਧਾਨ ਪੁਰਖ ਬਣ ਜਾਂਦਾ ਹੈ। ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ। ਜਿਨ੍ਹਾਂ 'ਤੇ ਪਰਮਾਤਮਾ ਆਪ ਦਿਆਲੂ ਹੁੰਦਾ ਹੈ, ਉਹਨਾਂ ਦੇ ਮਨ ਵਿੱਚ ਰੱਬੀ ਗਿਆਨ ਪੈਦਾ ਹੋ ਜਾਂਦਾ ਹੈ। ਆਹੀ ਜਿਹੜਾ ਬਾਣੀ 'ਚ ਗਿਆਨ ਹੈ, ਇਹ ਮਨੁੱਖ ਦੇ ਅੰਦਰ ਪੈਦਾ ਹੋ ਜਾਂਦਾ ਹੈ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਜਿਨ੍ਹਾਂ ਦੇ ਮੱਥੇ 'ਤੇ ਲਿਖਿਆ ਹੋਇਆ ਸੀ, ਉਹਨਾਂ ਨੂੰ ਹੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ। ਜਦ ਆਪਾਂ ਵਾਰੀ ਵਾਰੀ ਬਾਣੀ ਪੜ੍ਹਦੇ ਹਾਂ ਤਾਂ ਇੱਕ ਤਾਂ ਗੱਲ ਬਿਲਕੁਲ ਸਾਫ਼ ਹੈ ਕਿ ਸਾਨੂੰ ਉਹੀ ਕੁਛ ਮਿਲਦਾ ਜੋ ਅਸੀਂ ਲਿਖਾ ਕੇ ਲਿਆਏ ਹਾਂ। ਦੇਖੋ, ਨਾਮ ਵੀ ਕਹਿੰਦੇ ਉਹਨੂੰ ਮਿਲਦਾ ਹੈ ਜਿਨ ਕੋ ਮਸਤਕ ਲਿਖਿਆ। ਜਿਨ੍ਹਾਂ ਦੇ ਮੱਥੇ 'ਤੇ ਪਰਮਾਤਮਾ ਨੇ ਲਿਖ ਦਿੱਤਾ ਨਾ, ਤਿਨ ਪਾਇਆ ਹਰ ਨਾਮ, ਉਹਨਾਂ ਨੂੰ ਹੀ ਹਰੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੈ। ਕਿਆ ਰੱਖਣਾ ਨਾ? ਸੁਖਾ ਸੁਖ ਪੜ੍ਹਨਾ। ਜੇ ਦੂਜੇ ਸੁੱਖ ਦੇ ਪੈਰ 'ਚ, ਖੱਖੇ ਦੇ ਪੈਰ 'ਚ ਔਂਕੜ ਹੁੰਦਾ ਨਾ, ਫਿਰ ਹੋਣਾ ਸੀ ਸਰਬ ਸੁੱਖਾਂ ਸੁਖ, ਵੀ ਸਾਰੇ ਸੁੱਖਾਂ 'ਚੋਂ ਸ੍ਰੇਸ਼ਟ ਸੁੱਖ, ਫਿਰ ਅਰਥ ਹੋ ਜਾਣਾ ਸੀ। ਹੁਣ ਸੁਖਾ ਸੁਖ ਦਾ ਮਤਲਬ ਸੁਖ ਹੀ ਸੁਖ। ਸਰਬ ਸੁਖਾ ਸੁਖ ਉਪਜੈ ਦਰਗਾਹ ਪੈਦਾ ਜਾਏ। ਕਹਿੰਦੇ ਮਨ ਮੇਰੇ ਏਕੋ ਨਾਮ ਧਿਆਏ। ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪੀ ਜਾ, ਜਪੀ ਜਾ, ਜਪੀ ਜਾ। ਫਿਰ ਕੀ ਹੋਏਗਾ? ਤੈਨੂੰ ਦੋ ਚੀਜ਼ਾਂ ਮਿਲਣਗੀਆਂ। ਸਰਬ ਸੁਖਾ ਸੁਖ ਉਪਜੈ, ਸਾਰੇ ਸੁੱਖ ਹੀ ਸੁੱਖ ਮਿਲਣਗੇ। ਇੱਕ ਦਰਗਾਹ ਪੈਦਾ ਜਾਏ। ਪੈਦਾ ਦਾ ਸਤਿਕਾਰ ਸਹਿਤ, ਜਿਵੇਂ ਗਲ 'ਚ ਕਿਤੇ ਸਰੋਪਾ ਪਾ ਦਈਏ, ਸਤਿਕਾਰ ਸਹਿਤ ਫਿਰ ਤੂੰ ਦਰਗਾਹ 'ਚ ਜਾਏਗਾ। ਤੈਨੂੰ ਦੋ ਚੀਜ਼ਾਂ ਮਿਲਣਗੀਆਂ। ਇੱਕ ਤਾਂ ਤੈਨੂੰ ਸੁੱਖ ਮਿਲਣਗੇ, ਇੱਕ ਸਤਿਕਾਰ ਸਹਿਤ ਤੂੰ ਦਰਗਾਹ 'ਚ ਜਾਏਗਾ, ਪਰਮਾਤਮਾ ਦੇ ਕੋਲ ਜਾਏਗਾ। ਰਹਾਉ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਿਪਾਲ। ਜਨਮ ਮਰਨ ਕੀ ਮਲ ਕਟਿਐ, ਗੁਰ ਦਰਸ਼ਨ ਦੇਖ ਨਿਹਾਲ। ਜਨਮ ਮਰਨ ਕਾ ਭਉ ਗਿਆ। ਜੰਮਣ ਮਰਨ ਦਾ ਕਿਤੇ ਡਰ ਹੀ ਖਤਮ ਹੋ ਗਿਆ। ਕਿਵੇਂ? ਆਪੇ ਕਹਿੰਦੇ ਕਿਵੇਂ? ਭਾਉ ਭਗਤ ਗੋਪਾਲ। ਭਾਉ ਭਗਤ ਹੁੰਦਾ ਪ੍ਰੇਮਾ ਭਗਤੀ। ਜਦੋਂ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਪਿਆਰ ਸਹਿਤ ਭਗਤੀ ਕੀਤੀ, ਜੰਮਣ ਮਰਨ ਦਾ ਡਰ ਹੀ ਖਤਮ ਹੋ ਗਿਆ ਹੈ।
ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ। ਸਾਧੂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਮਨ ਨਿਰਮਲ ਹੋ ਜਾਂਦਾ ਹੈ। ਆਪ ਕਰੇ ਪ੍ਰਤਿਪਾਲ, ਅਤੇ ਫਿਰ ਇਹੋ ਜਿਹੇ ਵਿਅਕਤੀ ਦੀ ਪਾਲਣਾ ਪੋਸ਼ਣਾ ਪਰਮਾਤਮਾ ਆਪ ਕਰਦਾ ਹੈ। ਹੁਣ ਤਾਂ ਸਾਨੂੰ ਫਿਕਰ ਲੱਗਾ ਨਾ ਵੀ ਸਾਡੀ ਪਾਲਣਾ ਪੋਸ਼ਣਾ ਕੌਣ ਕਰੇਗਾ। ਪਤਾ ਨਹੀਂ ਧੀ ਪੁੱਤ ਕਰਨਗੇ ਕਿ ਨਹੀਂ ਕਰਨਗੇ, ਕੋਈ ਗਰੰਟੀ ਨਹੀਂ ਹੁੰਦੀ। ਫਿਰ ਪਰਮਾਤਮਾ ਪਾਲਣਾ ਪੋਸ਼ਣਾ ਕਰਦਾ ਹੈ। ਯਾਦ ਰੱਖਣਾ, ਪਰਮਾਤਮਾ ਸਿੱਧਾ ਨਹੀਂ ਕਰਦਾ, ਕਿਉਂਕਿ ਉਹ ਕੋਈ ਵਿਅਕਤੀ ਨਹੀਂ ਹੈ। ਪਰਮਾਤਮਾ ਸਬੱਬ ਬਣਾਉਂਦਾ ਹੈ, ਉਹ ਸਾਧਨ ਬਣਾਉਂਦਾ ਹੈ। ਉਹ ਕਿਸੇ ਤੋਂ ਵੀ ਤੁਹਾਡੀ ਸੇਵਾ ਕਰਵਾ ਸਕਦਾ ਹੈ। ਇਹ ਉਹਦੀ ਜ਼ਿੰਮੇਵਾਰੀ ਹੈ, ਕਿਉਂਕਿ ਤੁਸੀਂ ਉਹਦੀ ਭਜਨ ਬੰਦਗੀ ਕਰੀ ਜਾ ਰਹੇ ਹੋ। ਕੋਈ ਮਨੁੱਖ ਜਦੋਂ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ, ਉਹਦੀ ਜ਼ਿੰਮੇਵਾਰੀ ਪਰਮਾਤਮਾ ਦੇ ਸਿਰ 'ਤੇ ਆ ਪੈਂਦੀ ਹੈ। ਉਹਨੂੰ ਪਾਲਣਾ ਪੋਸ਼ਣਾ, ਕੱਪੜੇ ਦੇਣਾ, ਰੋਟੀ ਪਾਣੀ ਦਾ ਪ੍ਰਬੰਧ ਕਰਨਾ, ਉਹਦੇ ਰਹਿਣ ਦਾ ਪ੍ਰਬੰਧ ਕਰਨਾ, ਉਹਦੀ ਸੇਵਾ ਦਾ ਪ੍ਰਬੰਧ ਕਰਨਾ, ਇਹ ਸਭ ਪਰਮਾਤਮਾ ਨੂੰ ਚਿੰਤਾ ਹੋ ਜਾਂਦੀ ਹੈ। ਸਾਡਾ ਕੰਮ ਤਾਂ ਬਸ ਵਾਹਿਗੁਰੂ 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 ਕਰੀ ਜਾਣਾ। ਤੁਹਾਡੀ ਆਪਣੀ ਮਰਜ਼ੀ ਹੈ ਬਾਣੀ ਪੜ੍ਹੀ ਜਾਓ, ਤਾਂ ਆਪਣੀ ਮਰਜ਼ੀ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇੱਕੋ ਹੀ ਗੱਲ ਹੈ, ਇਹਨੂੰ ਕੋਈ ਦੋ ਚੀਜ਼ਾਂ ਨਹੀਂ ਸਮਝ ਲੈਣੀ। ਪਰਮਾਤਮਾ ਵਾਹਿਗੁਰੂ 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 ਕਰਕੇ ਵੀ ਮਿਲ ਸਕਦਾ ਹੈ। ਗੱਲ ਤਾਂ ਮਨ ਨਿਰਮਲ ਕਰਨ ਦੀ ਹੈ। ਬਾਣੀ ਨਾਲ ਮਨ ਨਿਰਮਲ ਹੁੰਦਾ ਤਾਂ ਵੀ ਠੀਕ ਹੈ। ਜਿਉਂ ਹੀ ਮਨ ਨਿਰਮਲ ਹੋਏਗਾ ਪਰਮਾਤਮਾ ਪ੍ਰਗਟ ਹੋ ਜਾਏਗਾ। ਸਿਮਰਨ ਨਾਲ ਮਨ ਨਿਰਮਲ ਹੁੰਦਾ, ਸਿਮਰਨ ਕਰ ਲਓ। ਗੱਲ ਤੇ ਮਨ ਨੂੰ ਨਿਰਮਲ ਕਰਨ ਦੀ ਹੈ। ਜਨਮ ਮਰਨ ਕੀ ਮਲ ਘਟੀਏ, ਗੁਰ ਦਰਸ਼ਨ ਦੇਖ ਨਿਹਾਲ। ਮਨੁੱਖ ਜਦੋਂ ਗੁਰੂ ਦੇ ਦਰਸ਼ਨ ਕਰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਉਹਦੇ ਜਨਮ ਮਰਨ ਦੀ ਜਿਹੜੀ ਮੈਲ ਹੈ ਉਹ ਲੈ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਭਾਵ ਜੰਮਣ ਮਰਨ ਦੇ ਚੱਕਰ ਤੋਂ ਹੀ ਰਹਿਤ ਹੋ ਜਾਂਦਾ। ਅੱਗੇ ਕਹਿੰਦੇ, ਥਾਨ ਥਨੰਤਰ ਰਵ ਰਿਹਾ, ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਇ। ਤਿਸ ਸ਼ਰਨਾਈ ਛੁਟੀਐ, ਕੀਤਾ ਲੋੜੇ ਸੋ ਹੋਏ। ਥਾਨ ਥਨੰਤਰ ਰਵ ਰਿਹਾ। ਥਾਨ ਥਨੰਤਰ ਦਾ ਥਾਨ ਅੰਤਰ, ਇੱਕ ਥਾਂ ਤੋਂ ਦੂਜੇ ਥਾਂ ਦੇ ਵਿੱਚ ਜਿਹੜਾ ਅੰਤਰ ਹੈ ਉਹਨੂੰ ਕਹਿੰਦੇ ਥਾਨ ਅੰਤਰ। ਭਾਵ ਸਭ ਥਾਂ 'ਤੇ। ਥਾਨ ਥਨੰਤਰ ਰਵ ਰਿਹਾ, ਪਾਰ ਬ੍ਰਹਮ ਪ੍ਰਭ ਸੋਏ। ਪਰਮਾਤਮਾ ਸਭ ਥਾਵਾਂ 'ਤੇ ਵਸ ਰਿਹਾ ਹੈ। ਰਵ ਰਿਹਾ, ਵਸ ਰਿਹਾ। ਪਰਮਾਤਮਾ ਸਭ ਥਾਵਾਂ 'ਤੇ ਵਸ ਰਿਹਾ ਹੈ। ਕੋਈ ਐਸੀ ਥਾਂ ਨਹੀਂ ਤਿੰਨਾਂ ਲੋਕਾਂ ਦੇ ਵਿੱਚ ਜਿੱਥੇ ਪਰਮਾਤਮਾ ਨਹੀਂ ਵਸ ਰਿਹਾ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਈ। ਪਰਮਾਤਮਾ ਹੀ ਸਾਰਿਆਂ ਦਾ ਦਾਤਾ ਹੈ, ਹੋਰ ਕੋਈ ਦਾਤਾ ਨਹੀਂ ਹੈ। ਕਿਉਂਕਿ ਹੋਰ ਕੋਈ ਪਰਮਾਤਮਾ ਵਰਗਾ ਹੈ ਹੀ ਨਹੀਂ। ਸਿਰਫ ਪਰਮਾਤਮਾ ਹੀ ਅਸਲ 'ਚ ਦਾਤਾ ਹੈ। ਤਾਂ ਕਿ ਦੱਦਾ ਦਾਤਾ ਏਕ ਹੈ, ਇੱਕੋ ਹੀ ਦਾਤਾ ਹੈ। ਇਸੇ ਜੋ ਮੰਗਣਾ ਪਰਮਾਤਮਾ ਤੋਂ ਮੰਗਣਾ ਹੈ। ਇੰਨਾ ਸਿੱਖ ਧਰਮ 'ਚ ਰਿਵਾਜ਼ ਹੈ ਕਿ ਗੁਰੂ ਰਾਹੀਂ ਮੰਗਣਾ ਹੈ। ਕਿਉਂਕਿ ਪਰਮਾਤਮਾ ਕਹਿੰਦਾ ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਣਾ, ਗੁਰੂ ਰਾਹੀਂ ਮੈਂ ਮਿਲਣਾ ਹੈ। ਇਸ ਲਈ ਆਪਾਂ ਫਿਰ ਗੁਰੂ ਰਾਹੀਂ ਪਰਮਾਤਮਾ ਤੋਂ ਮੰਗਦੇ ਹਾਂ। ਸੋ ਪਰਮਾਤਮਾ ਹੈ, ਉਹੀ ਅਸਲ 'ਚ ਦਾਤਾ ਹੈ। ਤਿਸ ਸ਼ਰਨਾਈ ਛੁਟੀਏ, ਕੀਤਾ ਲੋੜੇ ਸੋ ਹੋਏ। ਉਹਦੀ ਸ਼ਰਨ 'ਚ ਜਾ ਕੇ ਹੀ ਜੰਮਣ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ। ਕੀਤਾ ਲੋੜੇ ਸੋ ਹੋਏ। ਜੋ ਪਰਮਾਤਮਾ ਕਰਨਾ ਚਾਹੁੰਦਾ ਹੈ ਉਹੀ ਹੁੰਦਾ। ਸਾਡੇ ਸੋਚਿਆ ਨਹੀਂ ਹੋਣਾ।
ਅਸੀਂ ਤਾਂ ਸਿਰਫ ਯਤਨ ਕਰਨਾ। ਇਹ ਤਾਂ ਪਰਮਾਤਮਾ ਨੇ ਵੇਖਣਾ ਵੀ ਜਿਸ ਚੀਜ਼ ਲਈ ਅਸੀਂ ਯਤਨ ਕਰ ਲਿਆ ਉਹ ਸਾਨੂੰ ਉਸਨੇ ਦੇਣੀ ਹੈ ਕਿ ਨਹੀਂ ਦੇਣੀ, ਇਹ ਉਹਦੀ ਮਰਜ਼ੀ ਹੈ। ਕਿਉਂਕਿ ਫਲ ਸਾਡੇ ਵੱਸ 'ਚ ਨਹੀਂ, ਕਰਮ ਸਾਡੇ ਵੱਸ 'ਚ ਹੈ, ਫਲ ਸਾਡੇ ਵੱਸ 'ਚ ਨਹੀਂ ਹੈ। ਇਸ ਲਈ ਅਸੀਂ ਕਰਮ ਕਰਦੇ ਜਾਣਾ ਹੈ। ਉਹ ਫਲ ਛੇਤੀ ਦਿੰਦਾ, ਦੇਰ ਨਾਲ ਦਿੰਦਾ, ਜ਼ਿਆਦਾ ਦਿੰਦਾ, ਥੋੜ੍ਹਾ ਦਿੰਦਾ, ਨਹੀਂ ਦਿੰਦਾ, ਇਹ ਉਹਦੀ ਮਰਜ਼ੀ ਹੈ, ਉਹਦੀ ਮਰਜ਼ੀ ਹੈ। ਕੀਤਾ ਲੋੜੇ ਸੋ ਹੋਏ, ਜੋ ਉਹ ਚਾਹੁੰਦਾ ਉਹੀ ਹੁੰਦਾ ਹੈ। ਇਸ ਲਈ ਉਹਦੀ ਸ਼ਰਨ 'ਚ ਜਾ ਕੇ ਹੀ ਸਾਡਾ ਛੁਟਕਾਰਾ ਹੋ ਸਕਦਾ ਹੈ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਤਿਨ ਕੀ ਸੋਭਾ ਨਿਰਮਲੀ, ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਜਿਨ, ਜਜਨ ਸੈਰੀ ਨੰਨਾ ਜਿਨ ਇੱਕ ਬਹੁਵਚਨ ਹੈ। ਜੇ ਨੰਨੇ ਨੂੰ ਸਿਹਾਰੀ ਹੁੰਦੀ ਫਿਰ ਇਹਨੇ ਇੱਕ ਵਚਨ ਹੋ ਜਾਣਾ ਸੀ। ਜਿਨ ਦਾ ਮਤਲਬ ਜਿਨ੍ਹਾਂ ਨੇ। ਜਿਨ ਮਨ ਵਸਿਆ ਪਾਰ ਬ੍ਰਹਮ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਵਸ ਗਿਆ ਨਾ, ਸੇ ਪੂਰੇ ਪ੍ਰਧਾਨ। ਅਸਲ 'ਚ ਉਹੀ ਪੂਰਨ ਨੇ, ਉਹੀ ਮਹਾਂਪੁਰਖ ਨੇ। ਤਿਨ ਕੀ ਸੋਭਾ ਨਿਰਮਲੀ, ਪ੍ਰਗਟ ਪਈ ਜਹਾਨ। ਸਾਰੇ ਸੰਸਾਰ 'ਚ ਉਹਨਾਂ ਦੀ ਫਿਰ ਵਡਿਆਈ ਹੁੰਦੀ ਹੈ। ਉਹਨਾਂ ਦੀ ਵਡਿਆਈ ਫਿਰ ਸਾਰੇ ਸੰਸਾਰ 'ਚ ਹੁੰਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਜਿਨ੍ਹਾਂ ਨੇ ਕਹਿੰਦੇ ਮੇਰੇ ਪਰਮਾਤਮਾ ਨੂੰ ਧਿਆਇਆ, ਨਾਨਕ ਤਿਨ ਕੁਰਬਾਨ। ਗੁਰੂ ਮਹਾਰਾਜ ਕਹਿੰਦੇ ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ। ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਕਹਿੰਦੇ ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ। ਧਿਆਨ ਦੇਣਾ, ਨਾਮ ਜਪੋਗੇ ਤੁਸੀਂ, ਤੁਹਾਡੇ ਤੋਂ ਬਲਿਹਾਰ ਜਾਣਗੇ ਗੁਰੂ ਮਹਾਰਾਜ। ਕਦੇ ਬੈਠ ਕੇ ਵਿਚਾਰ ਕਰੋ ਵੀ ਕਮਾਲ ਹੈ। ਨਾਮ ਤਾਂ ਮੈਂ ਆਪਣੇ ਲਈ ਜਪ ਰਿਹਾ, ਮੈਂ ਗੁਰੂ ਲਈ ਤਾਂ ਨਹੀਂ ਜਪ ਰਿਹਾ। ਨਾਮ ਮੈਂ ਆਪਣੇ ਲਈ ਜਪ ਰਿਹਾ, ਪਰ ਬਲਿਹਾਰ ਗੁਰੂ ਮਹਾਰਾਜ ਮੇਰੇ ਤੋਂ ਜਾ ਰਿਹਾ ਵੀ ਸ਼ਾਬਾਸ਼ੇ ਪਾਏ ਹੈ ਤੂੰ ਨਾਮ ਜਪਦਾ। ਤਾਂ ਹੀ ਸਿਆਣੇ ਕਹਿੰਦੇ ਕੰਮ ਕਰੀਏ ਆਪਣਾ, ਸੋਭਾ ਜਹਾਨ ਦੀ। ਕੰਮ ਮਨੁੱਖ ਆਪਣਾ ਕਰਦਾ, ਵਡਿਆਈ ਲੋਕ ਕਰਦੇ ਨੇ, ਵਡਿਆਈ ਲੋਕ ਕਰਦੇ ਨੇ। ਨਾਮ ਤੁਸੀਂ ਜਪੋਗੇ, ਵਡਿਆਈ ਗੁਰੂ ਮਹਾਰਾਜ ਕਰਨਗੇ। ਸ਼੍ਰੀ ਰਾਗ ਮਹਿਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸੀਆ, ਇੱਕ ਸਿਉ ਲਿਵ ਲਾਏ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਮਿਲ ਸਤਿਗੁਰ ਸਭ ਦੁੱਖ ਗਿਆ। ਗੁਰੂ ਮਹਾਰਾਜ ਨੂੰ ਮਿਲ ਕੇ ਕਹਿੰਦੇ ਹਰ ਪ੍ਰਕਾਰ ਦਾ ਦੁੱਖ ਖਤਮ ਹੋ ਗਿਆ, ਸਭ ਦੁੱਖ ਗਿਆ, ਸਾਰਾ ਦੁੱਖ ਹੀ ਖਤਮ ਹੋ ਗਿਆ। ਹਰ ਸੁਖ ਵਸਿਆ ਮਨ ਆਏ। ਹਰੀ ਜੋ ਸੁਖ ਦੇਣ ਵਾਲਾ ਹੈ ਉਹ ਮਨ ਜਾ ਕੇ ਵਸ ਜਾਂਦਾ ਹੈ। ਹੁਣ ਜਿੱਥੇ ਹਰੀ ਵਸ ਜਾਏਗਾ ਉੱਥੇ ਸੁੱਖ ਹੋਏਗਾ, ਅਤੇ ਜਿੱਥੇ ਸੁੱਖ ਹੋਏਗਾ ਉੱਥੇ ਦੁੱਖ ਨਹੀਂ ਹੋ ਸਕਦਾ। ਇੱਕੋ ਚੀਜ਼ ਹੀ ਹੋਵੇਗੀ ਨਾ। ਦੋ ਚੀਜ਼ਾਂ ਇੱਕ ਥਾਂ 'ਤੇ ਨਹੀਂ ਹੋ ਸਕਦੀਆਂ। ਜਿਵੇਂ ਕਹਿੰਦੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਜੇ ਸੁੱਖ ਹੈ ਤਾਂ ਇਹਦੇ ਮਤਲਬ ਦੁੱਖ ਨਹੀਂ, ਅਤੇ ਜੇ ਦੁੱਖ ਹੈ ਤਾਂ ਇਹਦਾ ਮਤਲਬ ਸੁੱਖ ਨਹੀਂ। ਇੱਕੋ ਚੀਜ਼ ਹੀ ਹੋਏਗੀ। ਜਦੋਂ ਕਿਸੇ ਨੇ ਨਾਮ ਜਪਿਆ ਫਿਰ ਹਰੀ ਜਿਹੜਾ ਹੈ, ਜੋ ਸੁੱਖ ਦਾਤਾ ਹੈ, ਉਹ ਮਨ 'ਚ ਵਸ ਜਾਂਦਾ ਹੈ, ਫਿਰ ਸੁੱਖ ਮਿਲਦਾ ਹੈ। ਫਿਰ ਦੁੱਖ ਜਿਹੜਾ ਹੈ
ਆਪੇ ਖਤਮ ਹੋ ਜਾਂਦਾ ਹੈ। ਅੰਤਰ ਜੋਤ ਪ੍ਰਗਾਸੀਆ ਇੱਕ ਸਿਉ ਲਿਵ ਲਾਏ। ਜਦੋਂ ਮਨੁੱਖ ਇੱਕ ਪਰਮਾਤਮਾ ਨਾਲ ਲਿਵ ਲਾ ਲੈਂਦਾ ਹੈ, ਭਾਵ ਧਿਆਨ ਨਾਲ ਸਿਮਰਨ ਕਰਦਾ ਹੈ, ਵਾਹਿਗੁਰੂ ਕਹਿੰਦਾ ਉਹਨੂੰ ਕੰਨਾਂ ਨਾਲ ਸੁਣਦਾ, ਫਿਰ ਵਾਹਿਗੁਰੂ ਕਹਿੰਦਾ ਕੰਨਾਂ ਨਾਲ ਸੁਣਦਾ, ਫਿਰ ਵਾਹਿਗੁਰੂ ਕਹਿੰਦਾ ਕੰਨਾਂ ਨਾਲ ਸੁਣਦਾ। ਇਹਨੂੰ ਧਿਆਨ ਕਹਿੰਦੇ ਨੇ। ਮੂੰਹ ਵਾਹਿਗੁਰੂ ਵਾਹਿਗੁਰੂ ਕਰੇ ਅਤੇ ਧਿਆਨ ਬਾਜ਼ਾਰ 'ਚ ਗਿਆ ਹੋਇਆ ਹੈ, ਉਸ ਤਰ੍ਹਾਂ ਸਾਡੀ ਕਦੇ ਵੀ ਗੱਲ ਨਹੀਂ ਬਣੇਗੀ। ਜੋ ਵੀ ਤੁਸੀਂ ਕਰ ਰਹੇ ਹੋ, ਬਾਣੀ ਪੜ੍ਹ ਰਹੇ ਹੋ, ਤੁਹਾਡਾ ਧਿਆਨ ਬਾਣੀ 'ਚ ਹੋਣਾ ਚਾਹੀਦਾ। ਸਿਮਰਨ ਕਰ ਰਹੇ ਹੋ, ਤੁਹਾਡਾ ਧਿਆਨ ਸਿਮਰਨ ਵਿੱਚ ਹੋਣਾ ਚਾਹੀਦਾ। ਤੁਸੀਂ ਤੁਰ ਰਹੇ ਹੋ, ਤੁਹਾਡਾ ਧਿਆਨ ਤੁਰਨ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਡਰਾਈਵ ਕਰ ਰਹੇ ਹੋ, ਤੁਹਾਡਾ ਧਿਆਨ ਡਰਾਈਵ ਕਰਨ ਵਿੱਚ ਹੋਣਾ ਚਾਹੀਦਾ ਹੈ। ਗੱਡੀ ਚਲਾਉਣ ਵਿੱਚ ਧਿਆਨ ਹੋਣਾ ਚਾਹੀਦਾ ਹੈ। ਇੱਥੇ ਤਾਂ ਇੱਕ ਹੱਥ ਨਾਲ ਗੱਡੀ ਚਲਾ ਰਹੇ, ਇੱਕ ਹੱਥ ਨਾਲ ਮੋਬਾਈਲ ਸੁਣੀ ਜਾ ਰਹੇ ਹੁੰਦੇ। ਕੋਈ ਵਿਰਲਾ ਟਾਈਮ ਹੈ ਜਿਹਨੂੰ ਮੈਂ ਦੋ ਹੱਥਾਂ ਨਾਲ ਚੀਜ਼ ਚਲਾਉਂਦੇ ਦੇਖੇ ਨਾ। ਕਾਰ ਚਲਾ ਰਹੇ ਇੱਕ ਹੱਥ ਨਾਲ, ਸਕੂਟਰ ਚਲਾ ਰਹੇ ਇੱਕ ਹੱਥ ਨਾਲ, ਮੋਟਰਸਾਈਕਲ ਚਲਾ ਰਹੇ ਇੱਕ ਹੱਥ ਨਾਲ, ਇੱਕ ਹੱਥ 'ਚ ਮੋਬਾਈਲ ਫੜਿਓ, ਕੰਨ ਨਾਲ ਲੱਗਾ ਹੁੰਦਾ ਹੈ। ਜਿਉਂ ਹੀ ਅਸੀਂ ਬੇਧਿਆਨੇ ਹੋਏ, ਦੁਰਘਟਨਾ ਹੋ ਜਾਂਦੀ ਹੈ, ਕਿਉਂਕਿ ਆਦਤ ਹੀ ਨਹੀਂ ਸਾਨੂੰ ਪਈ ਕੋਈ ਕੰਮ ਧਿਆਨ ਨਾਲ ਕਰਨ ਦੀ। ਸੋ ਜੋ ਕੁਛ ਵੀ ਕਰੋ ਧਿਆਨ ਨਾਲ ਕਰੋ। ਅੰਤਰ ਜੋਤ ਪ੍ਰਗਾਸੀਆ ਇੱਕ ਸਿਉ ਲਿਵ ਲਾਏ। ਜਦੋਂ ਇੱਕ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਨਾ, ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ 'ਤੇ ਚੱਲ ਕੇ ਅੰਦਰ ਜੋਤ ਪ੍ਰਗਟ ਹੁੰਦੀ ਹੈ। ਅਤੇ ਗੁਰੂ ਦੀ ਸਿੱਖਿਆ ਵੀ ਜੇ ਬਾਣੀ ਪੜ੍ਹੋ ਧਿਆਨ ਨਾਲ ਪੜ੍ਹੋ, ਸਿਮਰਨ ਕਰੋ ਧਿਆਨ ਨਾਲ ਕਰੋ, ਸਾਵਧਾਨ ਇਕਾਗਰ ਚੀਜ਼ ਹੋ ਕੇ ਕਰਨਾ। ਹਾਂ, ਬਹੁਤੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਭਾਵੇਂ ਥੋੜ੍ਹਾ ਹੀ ਕਰੋ, ਧਿਆਨ ਨਾਲ ਕਰੋ ਬਸ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੰਜਾਬੀ ਦੇ ਬਹੁਤ ਵੱਡੇ ਰਾਈਟਰ ਵੀ ਹੋਏ ਨੇ ਅਤੇ ਮਹਾਂਪੁਰਖ ਵੀ ਹੋਏ ਨੇ। ਉਹ ਕੈਲਕਟੇ ਗਏ ਸਨ ਦੀਵਾਨ ਲਾਉਣ। ਦੀਵਾਨਾਂ ਤੋਂ ਬਾਅਦ ਉਹਨਾਂ ਨੂੰ ਇੱਕ ਬੀਬੀ ਮਿਲੀ। ਕਹਿੰਦੇ ਬਾਬਾ ਜੀ ਮੇਰਾ ਮਨ ਬੜਾ ਉਦਾਸ ਰਹਿੰਦਾ ਹੈ। ਉਹ ਕਹਿੰਦੇ ਭਾਈ ਤੂੰ 5 ਮਿੰਟ ਨਾ ਵਾਹਿਗੁਰੂ 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 ਕਰਿਆ ਕਰ। ਸਵੇਰੇ ਨਹਾ ਧੋ ਕੇ ਨਾ ਚੌਂਕੜੀ ਮਾਰ ਕੇ ਬਹਿ ਜਾ ਕਰ, ਸਿਰਫ 5 ਮਿੰਟ ਬੜੇ ਧਿਆਨ ਨਾਲ ਸਿਰਫ ਵਾਹਿਗੁਰੂ 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 ਕਰਿਆ ਕਰ, ਅਤੇ ਤੇਰੀ ਜਿਹੜੀ ਉਦਾਸੀ ਹੈ ਉਹ ਖਤਮ ਹੋ ਜਾਏਗੀ। ਅਗਲੇ ਸਾਲ ਜਦੋਂ ਮਹਾਂਪੁਰਖ ਗਏ ਉੱਥੇ, ਅਤੇ ਉਹ ਬੀਬੀ ਬੜੇ ਚਾਅ ਨਾਲ ਉਹਨਾਂ ਨੂੰ ਮਿਲੀ। ਕਹਿੰਦੇ ਬਾਬਾ ਜੀ ਬੜੀ ਕਿਰਪਾ ਹੋ ਗਈ ਹੈ, ਹੁਣ ਤਾਂ ਮੇਰਾ 1.5 ਘੰਟਾ ਬੈਠੇ ਸਿਮਰਨ ਕਰਨ ਨੂੰ ਜੀ ਕਰਦਾ ਰਹਿੰਦਾ ਵੀ ਮੈਂ ਕਰਦੀ ਰਹਾਂ ਕਰਦੀ ਰਹਾਂ। ਕਿਉਂ? ਜਦੋਂ ਅਸੀਂ ਧਿਆਨ ਨਾਲ ਕਰਾਂਗੇ ਉਹਦੇ ਸਾਨੂੰ ਰਸ ਆਵੇਗਾ, ਅਤੇ ਜਦੋਂ ਕਿਸੇ ਚੀਜ਼ 'ਚ ਸਾਨੂੰ ਰਸ ਆਵੇ ਅਸੀਂ ਉਸੇ ਚੀਜ਼ ਵਿੱਚ ਫਿਰ ਲੱਗੇ ਰਹਿੰਦੇ ਹਾਂ। ਭੌਰੇ ਨੂੰ ਜਿਸ ਫੁੱਲ 'ਚੋਂ ਰਸ ਆਉਂਦਾ ਨਾ, ਉਸੇ ਫੁੱਲ ਨੂੰ ਚੂਸਦਾ 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 ਵਿੱਚ ਹੀ ਮਰ ਜਾਂਦਾ, ਪਰ ਉਸ ਰਸ ਨੂੰ ਛੱਡਦਾ ਨਹੀਂ ਹੈ। ਇਹ ਅੰਤਰ ਜੋਤ ਪ੍ਰਗਾਸੀਆ ਇੱਕ ਸਿਉ ਲਿਵ ਲਾਏ। ਜਦੋਂ ਇੱਕ ਪਰਮਾਤਮਾ ਨਾਲ ਮਨੁੱਖ ਲਿਵ ਲਾਉਂਦਾ ਨਾ, ਉਹਦੇ ਅੰਦਰ ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਭਾਵ ਉਹਦੇ ਅੰਦਰ ਬ੍ਰਹਮ ਗਿਆਨ ਹੋ ਜਾਂਦਾ ਹੈ। ਗਿਆਨ ਨੂੰ ਹੀ ਚਾਨਣ ਕਹਿੰਦੇ ਨੇ। ਮੇਰ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ। ਪਹਿਲਾਂ ਹੀ ਜੋ ਲਿਖਿਆ ਹੋਇਆ ਸੀ ਉਹਦੇ ਅਨੁਸਾਰ ਸਾਧੂ ਨੂੰ ਮਿਲ ਕੇ ਮੁਖ ਉਜਲਾ ਹੋ ਜਾਂਦਾ ਹੈ। ਲਿਖਿਆ ਸੀ ਪਹਿਲਾਂ ਹੀ ਵੀ ਤੇਰਾ ਗੁਰੂ ਨਾਲ ਮੇਲ ਹੋਏਗਾ, ਫਿਰ ਤੇਰਾ ਮੁਖ ਉਜਲਾ ਹੋਏਗਾ। ਫਿਰ ਗੁਰੂ ਨਾਲ ਹੋ ਗਿਆ ਮੇਲ, ਫਿਰ ਜੇ ਮਨ ਹੋ ਗਿਆ ਨਿਰਮਲ,
ਮੁਖ ਹੋ ਗਿਆ ਉਜਲਾ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਈ। ਗੁਣ ਗੋਬਿੰਦ ਨਿਤ ਗਾਵਣੇ, ਕਹਿੰਦੇ ਰੋਜ਼ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਨਿਤ ਐਸਾ ਹੁੰਦਾ ਹਮੇਸ਼ਾ। ਨਿਤ ਦਾ ਮਤਲਬ ਰੋਜ਼ ਤੋਂ ਨਹੀਂ, ਇੱਥੇ ਹਮੇਸ਼ਾ ਤੋਂ ਭਾਵ ਹੈ। ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਨਿਰਮਲ ਸਾਚੈ ਨਾਈ, ਅਤੇ ਪਰਮਾਤਮਾ ਦੇ ਨਾਮ ਦੇ ਨਾਲ ਫਿਰ ਮਨੁੱਖ ਹੋ ਜਾਂਦਾ ਨਿਰਮਲ, ਉਹਦਾ ਮਨ ਨਿਰਮਲ ਹੋ ਜਾਂਦਾ। ਕਿਉਂ ਨਾਮ ਹੀ ਗੁਣ ਗਾਉਣਾ ਨਾ। ਇਹ ਕਹਿੰਦੇ ਨੇ ਹੈ ਸੱਚੇ ਪਾ ਤੂੰ ਕਿਰਪਾਲੂ ਹੈ, ਤੂੰ ਦਿਆਲੂ ਹੈ, ਤੂੰ ਬਖਸ਼ਿੰਦ ਹੈ, ਤੂੰ ਰਹੀਮ ਹੈ, ਤੂੰ ਕਰੀਮ ਹੈ। ਇਸ ਤਰ੍ਹਾਂ ਕਹਿਣ ਦੀ ਲੋੜ ਨਹੀਂ। ਉਹਦੇ ਜਿਹੜਾ ਨਾਮ ਜਪਣਾ ਉਹਦੇ ਵਿੱਚ ਹੀ ਉਹਦੇ ਸਾਰੇ ਗੁਣ ਹਨ। ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ। ਵਾਹਿਗੁਰੂ 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 ਐਸਾ ਸ਼ਬਦ ਹੈ ਜਿਹਦੇ ਪਰਮਾਤਮਾ ਦੇ ਸਾਰੇ ਗੁਣ ਨੇ। ਇਸ ਲਈ ਉਹਦਾ ਨਾਮ ਜਪੀ ਜਾਣਾ ਹੈ। ਮਨ ਹੋ ਜਾਂਦਾ ਫਿਰ ਨਿਰਮਲ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਏ ਰਹਾਉ। ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ, ਕਰਨੈ ਹਾਰ ਪਛਾਨ। ਗੁਰ ਪ੍ਰਸਾਦੀ ਮੁਖ ਊਜਲਾ, ਜਪ ਨਾਮ ਦਾਨ ਇਸ਼ਨਾਨ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਹੇ ਮੇਰੇ ਮਨਾ, ਗੁਰੂ ਦੇ ਸ਼ਬਦ ਰਾਹੀਂ ਸੁਖ ਹੁੰਦਾ ਹੈ। ਸ਼ਬਦ ਦੇ ਵਿੱਚ ਦੋ ਚੀਜ਼ਾਂ ਦੀ ਯਾਦ ਰੱਖਣਾ, ਇੱਕ ਬਾਣੀ, ਇੱਕ ਪਰਮਾਤਮਾ ਦਾ ਨਾਮ। ਬਾਣੀ ਰਾਹੀਂ ਪਰਮਾਤਮਾ ਦੇ ਨਾਮ ਰਾਹੀਂ ਕਹਿੰਦੇ ਫਿਰ ਸੁਖ ਪ੍ਰਾਪਤ ਹੁੰਦਾ ਹੈ। ਗੁਰ ਪੂਰੇ ਕੀ ਚਾਕਰੀ, ਜਿਹੜਾ ਪੂਰੇ ਗੁਰੂ ਦੀ ਸੇਵਾ ਕਰਦੇ ਨਾ। ਚਾਕਰੀ ਫਾਰਸੀ ਦਾ ਸ਼ਬਦ ਹੈ। ਚਾਕ ਸੇਵਾਦਾਰ ਨੂੰ ਕਹਿੰਦੇ, ਨੌਕਰ ਨੂੰ। ਨੌਕਰ ਨੂੰ ਚਾਕ ਕਹਿੰਦੇ ਨੇ। ਚਾਕਰੀ ਨੌਕਰੀ ਭਾਵ ਤੇ ਸੇਵਾ। ਬਿਰਥਾ ਜਾਏ ਨਾ ਕੋਈ, ਜਿਹੜਾ ਵੀ ਪੂਰੇ ਗੁਰੂ ਦੀ ਸੇਵਾ ਕਰਦਾ ਉਹ ਖਾਲੀ ਨਹੀਂ ਜਾਂਦਾ। ਬਿਰਥਾ ਤੋਂ ਭਾਵ ਹੈ ਖਾਲੀ। ਉਹ ਖਾਲੀ ਨਹੀਂ ਜਾਂਦਾ, ਆਪਣੀ ਝੋਲੀ ਭਰ ਕੇ ਲੈ ਕੇ ਜਾਂਦਾ। ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਨਾਮ ਨਿਧਾਨ, ਨਾਮ ਦਾ ਖਜ਼ਾਨਾ। ਨਾਮ ਦਾ ਖਜ਼ਾਨਾ ਹੈ ਪਰਮਾਤਮਾ। ਜਿਹਨੂੰ ਕਹਿੰਦੇ ਨਾਮ ਨਿਧਾਨ, ਨਾਮ ਦਾ ਖਜ਼ਾਨਾ ਪਾ ਪਰਮਾਤਮਾ ਮਿਲ ਗਿਆ। ਮਨ ਕੀਆਂ ਇੱਛਾ ਪੂਰੀਆਂ, ਉਹਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਅੰਤਰ ਜਾਮੀ ਸਦਾ ਸੰਗ, ਕਰਨਾ ਹਾਰ ਪਛਾਣ। ਜਿਹੜਾ ਅੰਤਰ ਜਾਮੀ ਹੈ, ਪਰਮਾਤਮਾ ਘਟ ਘਟ ਕੀ ਜਾਣਤ ਹੈ, ਉਹਨੂੰ ਕਹਿੰਦੇ ਅੰਤਰ ਜਾਮੀ। ਕਰਨਾ ਹਾਰ ਹੁੰਦਾ ਸਭ ਕੁਛ ਕਰਨ ਵਾਲਾ, ਕਰਤਾ ਪੁਰਖ। ਜਿਹੜਾ ਪਰਮਾਤਮਾ ਹੈ, ਜੋ ਅੰਤਰਜਾਮੀ ਹੈ, ਜੋ ਕਰਤਾ ਪੁਰਖ ਹੈ, ਉਹਨੂੰ ਸਦਾ ਆਪਣੇ ਨਾਲ ਪਛਾਣ, ਉਹਨੂੰ ਸਦਾ ਆਪਣੇ ਨਾਲ ਸਮਝ। ਉਹਨੂੰ ਦੂਰ ਨਾ ਕਿਤੇ ਸਮਝ, ਉਹ ਤੇਰੇ ਨਾਲ ਹੀ ਹੈ। ਇਸ ਲਈ ਉਹਨੂੰ ਕਹਿੰਦੇ ਪਛਾਣ। ਗੁਰ ਪ੍ਰਸਾਦੀ ਮੁਖ ਊਜਲਾ, ਜਪ ਨਾਮ ਦਾਨ ਇਸ਼ਨਾਨ। ਜਦੋਂ ਮਨੁੱਖ ਜਪ ਨਾਮ, ਪਰਮਾਤਮਾ ਦਾ ਨਾਮ ਜਪਦਾ, ਦਾਨ ਤੋਂ ਭਾਵ ਸੇਵਾ ਕਰਦਾ ਹੈ, ਇਸ਼ਨਾਨ ਭਾਵ ਸ਼ੁਭ ਕਰਮ ਕਰਦਾ ਹੈ। ਜਦੋਂ ਮਨੁੱਖ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸ਼ੁਭ ਕਰਮ ਕਰਦਾ ਹੈ, ਫਿਰ ਗੁਰੂ ਦੀ ਹੋ ਜਾਂਦੀ ਕਿਰਪਾ। ਮੁਖ ਉਜਲਾ, ਫਿਰ ਮੁਖ ਉਜਲਾ ਹੋ ਜਾਂਦਾ ਹੈ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ।
ਫਿਰ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ ਖਤਮ ਹੋ ਜਾਂਦਾ ਹੈ। ਉਹ ਹੰਕਾਰ ਨੂੰ ਛੱਡ ਦਿੰਦਾ ਹੈ। ਤਜਿਆ ਹੁੰਦਾ ਛੱਡ ਦੇਣਾ। ਉਹ ਹੰਕਾਰ ਨੂੰ ਛੱਡ ਦਿੰਦਾ ਹੈ। ਉਹਦੇ ਅੰਦਰੋਂ ਕਾਮ, ਕ੍ਰੋਧ, ਲੋਭ ਖਤਮ ਹੋ ਜਾਂਦੇ ਹਨ। ਅੱਗੇ ਕਹਿੰਦੇ ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ, ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਨ। ਪਾਇਆ ਲਾਹਾ ਲਾਭ ਨਾਮ, ਜਦੋਂ ਕਹਿੰਦੇ ਪਰਮਾਤਮਾ ਦਾ ਨਾਮ ਪਾਇਆ ਅਤੇ ਇਸ ਤੋਂ ਲਾਭ ਹੀ ਲਾਭ ਹੋਇਆ। ਲਾਹਾ ਖੱਟ ਲਿਆ, ਨਾਮ ਜਪਿਆ, ਲਾਭ ਹੀ ਲਾਭ ਹੈ। ਲਾਹਾ ਖੱਟ ਲਿਆ, ਪੂਰਨ ਹੋਏ ਕਾਮ, ਅਤੇ ਸਾਰੇ ਕਾਰਜ ਵੀ ਰਾਸ ਹੋ ਗਏ, ਕਿਉਂਕਿ ਪਰਮਾਤਮਾ ਦਾ ਨਾਮ ਜਪਿਆ। ਪਰਮਾਤਮਾ ਕਾਰਜ ਰਾਸ ਕਰਨ ਦੇ ਸਮਰੱਥ ਹੈ। ਜਦੋਂ ਅਸੀਂ ਉਹਦਾ ਨਾਮ ਜਪਿਆ, ਉਹ ਪ੍ਰਸੰਨ ਹੋ ਗਿਆ, ਉਹਨੇ ਸਾਡੇ ਕਾਰਜ ਰਾਸ ਕਰਤੇ। ਅਸੀਂ ਤਾਂ ਇੱਕੋ ਹੀ ਕੰਮ ਕਰਨਾ ਹੈ, ਇੱਕੋ ਕੰਮ ਕਰਕੇ ਨਿਸ਼ਚਿੰਤ ਹੋ ਜਾਣਾ। ਬਾਕੀ ਸਾਰੇ ਕੰਮ ਪਰਮਾਤਮਾ ਨੇ ਕਰਨੇ ਹਨ। ਉਹ ਕਿਸੇ ਤੋਂ ਭਾਵੇਂ ਕਰਾਵੇ, ਇਹ ਉਹਦੀ ਡਿਊਟੀ ਹੈ। ਅਸੀਂ ਇੱਕੋ ਹੀ ਕੰਮ ਕਰਨਾ। ਬਾਣੀ ਕਹਿੰਦੀ ਹੈ ਇਨਸਾਨ ਤੂੰ ਜਿਸ ਕੰਮ ਹੈ ਬਸ ਉਹੀ ਕਰਦਾ ਰਹੇ, ਬਾਕੀ ਤੇਰੇ ਕੰਮ ਸਾਰੇ ਪਰਮਾਤਮਾ ਆਪੇ ਕਰੇਗਾ। ਧੰਨੇ ਭਗਤ ਨੇ ਪਰਮਾਤਮਾ ਨੂੰ ਕਰ ਲਿਆ ਪ੍ਰਾਪਤ। ਹੁਣ ਪਰਮਾਤਮਾ ਕਦੇ ਉਹਦਾ ਹਲ ਵਾਹੁੰਦਾ ਹੈ, ਕਦੇ ਉਹਦਾ ਖੂਹ ਗੇੜਦਾ ਹੈ, ਕਦੇ ਪਾਣੀ ਲਾਉਂਦਾ ਹੈ। ਕੰਮ ਕਰ ਰਿਹਾ ਪਰਮਾਤਮਾ। ਅਤੇ ਧੰਨਾ ਟਾਹਲੀ ਦੀ ਛਾਵੇਂ ਬੈਠੇ, ਮੈਂ ਬੈਠੇ, ਰੱਬ ਕੰਮ ਕਰ ਰਿਹਾ। ਨਾਮ 'ਚ ਇੰਨੀ ਤਾਕਤ ਹੈ। ਇਹ ਤਾਂ ਰੋਜ਼ ਰੋਜ਼ ਕਹੀਦਾ, ਕਿਤੇ ਸਾਡੇ ਦਿਮਾਗ 'ਚ ਬਹਿ ਜੇ ਵੀ ਨਾਮ 'ਚ ਇੰਨੀ ਤਾਕਤ ਹੈ। ਪਰਮਾਤਮਾ ਸਾਡਾ ਸੇਵਕ ਬਣ ਕੇ ਹੈ, ਸਾਡੇ ਕੰਮ ਕਰਦਾ ਰਹਿੰਦਾ। ਸੋ ਗੁਰੂ ਮਹਾਰਾਜ ਕਹਿੰਦੇ ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕੰਮ। ਨਾਮ ਦਾ ਜਦੋਂ ਲਾਭ ਪ੍ਰਾਪਤ ਹੋਇਆ, ਲਾਹਾ ਪ੍ਰਾਪਤ ਹੋਇਆ ਨਾ, ਕੰਮ ਹੀ ਰਾਸ ਹੋ ਗਏ। ਪੂਰਨ ਹੋਏ ਕੰਮ, ਕਾਰਜ ਸਾਰੇ ਪੂਰੇ ਹੋ ਗਏ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਪਰਮਾਤਮਾ ਨੇ ਆਪਣੇ ਨਾਮ ਦੀ ਉਹਨੂੰ ਦਾਤ ਦਿੱਤੀ। ਫਿਰ ਮਨੁੱਖ ਨੇ ਨਾਮ ਜਪਿਆ, ਫਿਰ ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਨਾਲ ਉਸ ਨੂੰ ਮਿਲਾ ਲਿਆ। ਪਹਿਲਾਂ ਗੁਰੂ ਰਾਹੀਂ ਨਾਮ ਦੀ ਦਾਤ ਦਿੰਦਾ, ਫਿਰ ਮਨੁੱਖ ਨਾਮ ਜਪਦਾ ਹੈ, ਫਿਰ ਗੁਰੂ ਦੇ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਵਣ ਜਾਣਾ ਰਹਿ ਗਿਆ, ਰਹਿ ਕੇ ਮੈਨੇ ਖਤਮ ਹੋ ਗਿਆ। ਆਪ ਹੋਆ ਮਿਹਰਬਾਨ, ਪਰਮਾਤਮਾ ਆਪ ਮਿਹਰਬਾਨ ਹੋ ਗਿਆ, ਅਤੇ ਫਿਰ ਮਨੁੱਖ ਦਾ ਜੰਮਣ ਮਰਨਾ ਖਤਮ ਹੋ ਗਿਆ। ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਗਿਆ। ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਣ। ਜਦੋਂ ਗੁਰੂ ਦੇ ਸ਼ਬਦ ਦੀ ਪਛਾਣ ਕੀਤੀ, ਪਾ ਗੁਰੂ ਦੇ ਸ਼ਬਦ ਨੂੰ ਜਪਿਆ, ਫਿਰ ਕੀ ਹੋਇਆ? ਸੱਚ ਮਹਿਲ ਘਰ ਪਾਇਆ। ਪਰਮਾਤਮਾ ਦਾ ਮਹਿਲ ਜੋ ਕਿ ਸਾਡਾ ਆਪਣਾ ਘਰ ਹੈ, ਉਹ ਪ੍ਰਾਪਤ ਹੋ ਗਿਆ। ਭਾਵ ਪਰਮਾਤਮਾ ਦੇ ਮਹਿਲ ਵਿੱਚ ਰਹਿਣ ਨੂੰ ਥਾਂ ਮਿਲ ਗਈ ਜਦੋਂ ਨਾਮ ਜਪਿਆ ਮਨੁੱਖ ਨੇ। ਭਗਤ ਜਨਾਂ ਕੋ ਰਾਖਦਾ, ਆਪਣੀ ਕਿਰਪਾ ਧਾਰ। ਹਲਤ ਪਲਤ ਮੁਖ ਊਜਲੇ। ਕਿਆ ਰੱਖਣਾ? ਇਹਨੂੰ ਹਲਤ ਪਲਤ ਐ ਨਹੀਂ ਪੜ੍ਹਨਾ, ਇਹ ਲੱਲਾ ਪੂਰਾ ਨਹੀਂ ਪੜ੍ਹਨਾ। ਪੰਜਾਬੀ 'ਚ ਅੱਧੇ ਅੱਖਰ ਨਹੀਂ ਹੈਗੇ, ਪਰ ਹੁਣ ਹਿੰਦੀ ਨੂੰ ਪੰਜਾਬੀ ਦੇ ਅੱਖਰਾਂ 'ਚ ਲਿਖਿਆ ਗਿਆ ਹੈ। ਅੱਖਰ ਤਾਂ ਗੁਰਮੁਖੀ ਦੇ ਪੂਰੇ ਨੇ।
ਜੇ ਗਿਆਨ ਹੋਏਗਾ ਕਿ ਇਹ ਸ਼ਬਦ ਪੰਜਾਬੀ ਦਾ ਨਹੀਂ, ਇਹ ਤਾਂ ਹਿੰਦੀ ਦਾ ਹੈ, ਹਿੰਦੀ ਦਾ ਸ਼ਬਦ ਹੈ ਹਲਤ ਪਲਤ। ਫਿਰ ਜਦੋਂ ਹਿੰਦੀ ਬੰਦਾ ਪੜ੍ਹਿਆ ਹੁੰਦਾ, ਉਹਨੂੰ ਪਤਾ ਲੱਗਦਾ ਵੀ ਹਲਤ ਦੇ ਵਿੱਚ ਅੱਧਾ ਲੱਲਾ, ਪਲਤ ਦੇ ਵਿੱਚ ਵੀ ਅੱਧਾ ਲੱਲਾ, ਅਤੇ ਅੱਧਾ ਲੱਲਾ ਜਿਹੜਾ ਹੈ ਉਹ ਤੇਜ਼ੀ ਨਾਲ ਬੋਲਿਆ ਜਾਂਦਾ ਹੈ, ਉਸ 'ਤੇ ਘੱਟ ਜ਼ੋਰ ਲਾਇਆ ਜਾਂਦਾ ਹੈ। ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ। ਪਰਮਾਤਮਾ ਆਪਣੀ ਕਿਰਪਾ ਕਰਕੇ ਆਪਣੇ ਭਗਤ ਜਨਾਂ ਦੀ ਰਾਖੀ ਕਰਦਾ ਹੈ, ਵੀ ਕੋਈ ਕਾਮ ਜਾਂ ਕ੍ਰੋਧ ਜਾਂ ਲੋਭ ਜਾਂ ਮੋਹ ਜਾਂ ਹੰਕਾਰ ਇਸ 'ਤੇ ਹਮਲਾ ਨਾ ਕਰਦੇ, ਰੱਖਿਆ ਕਰਦਾ, ਕਿਉਂਕਿ ਰੱਬ ਨੂੰ ਭਗਤ ਪਿਆਰਾ ਲੱਗਦਾ। ਪਰਮਾਤਮਾ ਹੈ ਹੀ ਭਗਤ ਬਛੜ। ਜੋ ਭਗਤੀ ਕਰਦਾ ਹੈ ਪਰਮਾਤਮਾ ਉਹਨੂੰ ਪਿਆਰ ਕਰਦਾ ਹੈ, ਅਤੇ ਫਿਰ ਪਿਆਰੇ ਦਾ ਹਮੇਸ਼ਾ ਖਿਆਲ ਰੱਖਿਆ ਜਾਂਦਾ ਹੈ। ਤੁਹਾਡਾ ਬੱਚਾ ਹੈ, ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਤਾਂ ਤੁਹਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਉਹਨੂੰ ਹਰ ਤਰੀਕੇ ਨਾਲ ਬਚਾ ਕੇ ਰੱਖਣ ਦੀ। ਇਸ ਤਰ੍ਹਾਂ ਫਿਰ ਪਰਮਾਤਮਾ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ। ਇੱਕ ਫੌਜੀ ਦਾ ਮੈਂ ਜੀਵਨ ਪੜ੍ਹ ਰਿਹਾ ਸੀ, ਬਾਅਦ 'ਚ ਸੰਤ ਮਹਾਤਮਾ ਬਣ ਗਏ। ਉਹ ਕਹਿੰਦੇ ਮੈਂ ਫੌਜ 'ਚ ਸੀ, ਕਸ਼ਮੀਰ ਵੱਲ ਨੂੰ ਉੜੀ ਸੈਕਟਰ ਹੈ, ਉਦੋਂ ਅੱਗੇ ਸਾਡਾ ਆਖਰੀ ਸ਼ਹਿਰ ਹੈ ਬਾਰਾਮੂਲਾ, ਜੇਹਲਮ ਦਰਿਆ ਦੇ ਕੰਢੇ 'ਤੇ। ਉਦੋਂ ਅੱਗੇ ਫਿਰ ਸਾਰਾ ਜਿਹੜਾ ਹੈ ਉੜੀ ਸੈਕਟਰ ਸ਼ੁਰੂ ਹੋ ਜਾਂਦਾ, ਪਾਕਿਸਤਾਨ ਦੀ ਹੱਦ ਆ ਜੀ ਪਰ। ਕਹਿੰਦਾ ਮੇਰੀ ਉੱਥੇ ਡਿਊਟੀ ਸੀ। ਇੱਕ ਦਿਨ ਸ਼ਾਮ ਨੂੰ ਮੈਂ ਜੇਹਲਮ ਦਰਿਆ ਦੇ ਕੰਢੇ 'ਤੇ ਇੱਕ ਚੌੜੇ ਸਾਰੇ ਪੱਥਰ 'ਤੇ ਬੈਠਾ, ਬੜਾ ਰਮਣੀਕ ਸਮਾਂ ਹੈ। ਸਿਮਰਨ ਕਰਦਿਆਂ ਕਰਦਿਆਂ ਮੇਰੀ ਬਿਰਤੀ ਲੱਗ ਗਈ ਹੈ। ਮੈਂ ਕਹਿੰਦਾ ਕੀ ਦੇਖਦਾ ਬੈਠਾ ਬੈਠਾ, ਬਈ ਜੰਗਲ ਦੇ ਵਿੱਚੋਂ ਸ਼ੇਰ ਨਿਕਲ ਆਇਆ ਹੈ, ਉਹ ਸਿੱਧੇ ਹੀ ਮੇਰੇ ਵੱਲ ਨੂੰ ਆ ਰਿਹਾ ਹੈ। ਪਰ ਮੈਂ ਡਰਿਆ ਨਹੀਂ ਕਿ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ, ਕੋਈ ਮੇਰਾ ਕੁਛ ਨਹੀਂ ਵਿਗਾੜ ਸਕਦਾ। ਇਸ ਲਈ ਮੈਂ ਅਡੋਲ ਬੈਠਾ ਰਿਹਾ, ਆਪਣਾ ਸਿਮਰਨ ਕਰਦਾ ਰਿਹਾ। ਜਦੋਂ ਸ਼ੇਰ ਮੇਰੇ ਕੋਲ ਆਇਆ, ਕੀ ਮੈਂ ਦੇਖਦਾ ਮੇਰੇ ਆਲੇ ਦੁਆਲੇ ਲੋਹੇ ਦਾ ਜੰਗਲਾ ਉਸਰ ਗਿਆ ਹੈ। ਸ਼ੇਰ ਆਇਆ, ਜੰਗਲੇ 'ਚ ਪੈਰ ਮਾਰਦਾ ਰਿਹਾ, ਪੰਜੇ ਮਾਰਦਾ ਰਿਹਾ, ਉਹਦੀ ਕੋਈ ਪੇਸ਼ ਨਹੀਂ ਗਈ, ਜੰਗਲਾ ਨਹੀਂ ਟੁੱਟਿਆ ਉਸ ਤੋਂ। ਉਹ ਫਿਰ ਵਾਪਸ ਜੰਗਲ ਨੂੰ ਮੁੜ ਗਿਆ, ਅਤੇ ਜਦੋਂ ਵਾਪਸ ਮੁੜਿਆ ਮੇਰੇ ਦੇਖਦੇ ਦੇਖਦੇ ਲੋਹੇ ਦਾ ਜੰਗਲਾ ਆਪਣੇ ਆਪ ਹੀ ਹਟ ਗਿਆ। ਐਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਇਸ ਲਈ ਕਹਿੰਦੇ ਭਗਤ ਬਛੜ। ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ। ਪਰਮਾਤਮਾ ਆਪਣੀ ਕਿਰਪਾ ਕਰਕੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ। ਸਾਰ ਹੁੰਦਾ ਯਾਦ ਕਰਨਾ। ਜਿਹੜਾ ਸਾਚੇ ਕੇ ਗੁਣ, ਪਰਮਾਤਮਾ ਦੇ ਗੁਣ ਯਾਦ ਕਰਦਾ ਨਾ, ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਹੜਾ ਬਾਣੀ ਪੜ੍ਹਦਾ, ਨਾਮ ਜਪਦਾ, ਲੋਕ ਪਰਲੋਕ 'ਚ ਉਹਦਾ ਮੁਖ ਉਜਲਾ ਹੋ ਜਾਂਦਾ। ਹਲਤ ਲੋਕ ਵਿੱਚ, ਪਲਤ ਪਰਲੋਕ ਵਿੱਚ, ਤਾਂ ਤੈਨੂੰ ਸਹਿਰੀ ਲੱਗੀ ਹੈ, ਜਿਹਦਾ ਅਰਥ ਹੈ ਵਿੱਚ। ਲੋਕ ਪਰਲੋਕ 'ਚ ਉਹਦਾ ਮੁਖ ਉਜਲਾ ਹੋ ਜਾਂਦਾ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਰਹਿੰਦਾ, ਭਾਵ ਉਹਦਾ ਸਿਮਰਨ ਕਰਦਾ ਰਹਿੰਦਾ, ਕਰਦਾ ਰਹਿੰਦਾ। ਸਾਡੇ ਪਿੰਡ ਜਿਹੜਾ ਹੈ ਇੱਕ ਭਾਪਾ ਬਰਾਦਰੀ ਦਾ ਬੰਦਾ ਸੀ, ਉਹ ਉਹਨਾਂ ਦੀ ਆੜਤ ਦੀ ਦੁਕਾਨ ਸੀ। ਕੁਰੂਕਸ਼ੇਤਰ ਸਾਨੂੰ ਨਾ, ਕੁਰੂਕਸ਼ੇਤਰ ਸ਼ਹਿਰ ਨੇੜੇ ਲੱਗਦਾ ਸੀ। ਉਦੋਂ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ ਹੁੰਦੇ, ਆਲੇ ਦੁਆਲੇ ਜੰਗਲ ਸੀ, ਛਿਛਰਾ ਜਿਹਨੂੰ ਕਹਿੰਦੇ ਢੱਕ ਦੇ ਦਰਖਤ ਸਨ, ਪਗ ਡੰਡੇ ਸੀ ਜਿਹੜੀ ਜਾਂਦੀ।
ਉੱਥੋਂ ਪਿਪਲੀ ਸਾਨੂੰ ਅੱਡਾ ਲੱਗਦਾ ਸੀ, ਉੱਥੋਂ ਤੱਕ ਪਗਡੰਡੀ ਜਾਂਦੀ ਸੀ, ਉਦੋਂ ਅੱਗੇ ਫਿਰ ਟਾਂਗੇ ਟੂੰਗੇ ਜਾਂਦੇ ਸਨ, ਸੜਕ ਅੱਗੇ ਸੜਕ ਹੈਗੀ ਸੀ। ਉਹ ਰੋਜ਼ ਪੈਦਲ ਜਾਂਦਾ ਸੀ, ਪੈਦਲ ਹੀ ਆਉਂਦਾ ਸੀ। ਉਹਨੂੰ ਸੁਖਮਨੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਯਾਦ ਸੀ। ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾਂਦਾ ਸੀ ਆਪਣੀ ਦੁਕਾਨ ਤੱਕ, ਅਤੇ ਵਾਪਸ ਆਉਂਦਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਆਉਂਦਾ ਹੁੰਦਾ ਸੀ। ਕਈ ਸਾਲ ਉਹ ਇਸ ਤਰ੍ਹਾਂ ਕਰਦਾ ਰਿਹਾ। ਉਹਨਾਂ ਦੀ ਦੁਸ਼ਮਣੀ ਸਾਡੇ ਪਿੰਡ 'ਚ ਕਿਸੇ ਨਾਲ ਪੈ ਗਈ। ਬਾਅਦ ਦੇ ਵਿੱਚ ਜਿਹਨਾਂ ਨਾਲ ਦੁਸ਼ਮਣੀ ਸੀ ਨਾ, ਫਿਰ ਸਮਾਂ ਪਾ ਕੇ ਉਹਨਾਂ ਦਾ ਆਪਸ 'ਚ ਦੋਸਤੀ ਹੋ ਗਈ। ਉਹਨਾਂ ਫਿਰ ਸੁਣਾਇਆ ਭਰੀ ਸਭਾ 'ਚ, ਜਿਨ੍ਹਾਂ ਦੀ ਦੁਸ਼ਮਣੀ ਸੀ ਉਹਨਾਂ ਨਾਲ। ਕਹਿੰਦੇ ਵੀ ਅਸੀਂ 2 ਬੰਦੇ ਕਿਰਪਾਨਾਂ ਲੈ ਲਈਆਂ, ਰਾਹ 'ਚ ਇੱਕ ਨਾਲਾ ਆਉਂਦਾ ਸੀ, ਉਹ ਸੁੱਕਾ ਹੋਇਆ ਸੀ। ਅਸੀਂ ਕਿਹਾ ਇਸ ਪੁਲ ਹੇਠਾਂ ਅਸੀਂ ਬੈਠ ਜਾਣੇ, ਨਾਲੇ ਦੇ ਪੁਲ ਹੇਠਾਂ, ਬਈ ਸਿਖਰ ਦੁਪਹਿਰੇ ਗਰਮੀਆਂ 'ਚ ਆਉਂਦਾ, ਕੋਈ ਅੱਗੇ ਪਿੱਛੇ ਦਾ ਹੁੰਦਾ ਕੋਈ ਨਹੀਂ। ਜਦੋਂ ਇਹ ਨਾਲੇ ਤੋਂ ਟੱਪੇਗਾ, ਇਹਦੀ ਪਿੱਠ ਹੋਵੇਗੀ ਨਾ ਨਾਲੇ ਵੱਲ ਨੂੰ, ਆਪਾਂ ਅੰਦਰੋਂ ਹੇਠੋਂ ਨਿਕਲ ਕੇ ਇਹਦੇ ਗਲ ਵੜ ਦਿਆਂਗੇ। ਕਹਿੰਦਾ ਅਸੀਂ ਬੈਠ ਕੇ ਦੇਖ ਰਹੇ ਵੀ ਉਹ ਆ ਰਿਹਾ, ਉਹ ਪੁਲ ਦੇ ਉੱਤੇ ਵੀ ਆ ਗਿਆ ਹੈ, ਉਹ ਲੰਘ ਵੀ ਗਿਆ। ਕਹਿੰਦਾ ਸਾਡੇ ਤੋਂ ਉੱਠ ਹੀ ਨਹੀਂ ਹੋਇਆ, ਸਾਡੀਆਂ ਲੱਤਾਂ ਹੀ ਜਾਮ ਹੋ ਗਈਆਂ, ਅਸੀਂ ਉੱਠ ਹੀ ਨਹੀਂ ਸਕੇ। ਅਤੇ ਉਹ ਆਪਣਾ ਪਾਠ ਕਰਦਾ ਕਰਦਾ ਘਰ ਪਹੁੰਚ ਗਿਆ। ਤਾਂ ਉਹਨਾਂ ਸੁਣਾਇਆ ਵੀ ਫਿਰ ਸਾਨੂੰ ਪਤਾ ਲੱਗਾ ਵੀ ਬਾਣੀ ਵਿੱਚ ਇੰਨੀ ਤਾਕਤ ਹੈ ਵੀ ਇਹ ਖਾਲੀ ਹੱਥ ਸੀ ਅਤੇ ਸਾਡੇ ਦੋਨਾਂ ਕੋਲ ਕਿਰਪਾਨਾਂ ਸਨ। ਕਹਿੰਦਾ ਅਸੀਂ ਖਾਲੀ ਹੱਥ ਵਾਲੇ ਨੂੰ ਵੀ ਨਾ ਮਾਰ ਸਕੇ। ਇਹ ਹੈ ਜਦੋਂ ਬੰਦਾ ਬਾਣੀ ਪੜ੍ਹਦਾ, ਗੁਰੂ ਮਹਾਰਾਜ ਨਾਲ ਹੁੰਦੇ ਨੇ। ਜਦੋਂ ਬੰਦਾ ਸਿਮਰਨ ਕਰਦਾ, ਪਰਮਾਤਮਾ ਨਾਲ ਹੁੰਦਾ। ਵਿਸ਼ਵਾਸ ਰੱਖਣਾ ਹੈ, ਕਿਉਂਕਿ ਧਰਮ ਤੇ ਵਿਸ਼ਵਾਸ 'ਤੇ ਖੜ੍ਹਾ ਹੈ, ਇਹ ਤਰਕ 'ਤੇ ਨਹੀਂ ਖੜ੍ਹਾ। ਆਪਾਂ ਨੂੰ ਦਿਸਣ ਨਾ ਦਿਸਣ, ਉਹ ਤਾਂ ਹੋਰ ਅਵਸਥਾ ਹੈ ਨਾ। ਉਹ ਤਾਂ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹੇਗੀ ਫਿਰ ਪਤਾ ਲੱਗੇਗਾ ਨਾ ਵੀ ਹਾਂ ਵਾਕਈ ਨਾਲ ਗੁਰੂ ਤੁਰਿਆ ਜਾ ਰਿਹਾ ਹੈ। ਬੜੇ ਸਾਲਾਂ ਦੀ ਗੱਲ ਹੈ, ਇੱਕ ਪਰਿਵਾਰ 'ਚ ਅਖੰਡ ਪਾਠ ਸੀ। ਉਹ ਕਹਿੰਦੇ ਵੀ ਤੁਸੀਂ ਆਇਓ। ਮੈਂ ਕਿਹਾ ਜੀ ਮੈਂ ਤਾਂ ਸਕੂਲੋਂ ਵਾਪਸ ਆਉਂਦਾ ਹੋਇਆ ਮੱਥਾ ਟੇਕ ਜਾਵਾਂਗਾ, ਬਈ ਸਵੇਰੇ ਗਰਮੀਆਂ ਦਾ ਮੌਸਮ ਹੈ, ਛੇਤੀ ਸਕੂਲ ਲੱਗ ਜਾਂਦਾ ਹੈ। ਚਲਾ ਜੀ, ਮੈਂ ਦੁਪਹਿਰੇ ਉਹਨਾਂ ਦੇ ਘਰ ਚਲਿਆ ਗਿਆ। ਇੱਕ ਬਜ਼ੁਰਗ ਜਿਹੜਾ ਸੀ ਉਹਨਾਂ ਦਾ, ਉਹ ਦੇਗ ਦੀ ਡਿਊਟੀ 'ਤੇ ਬੈਠਾ, ਉਹ ਮੈਨੂੰ ਵੇਖ ਕੇ ਖੜ੍ਹਾ ਹੋ ਗਿਆ। ਮੈਂ ਮੱਥਾ ਟੇਕਿਆ ਅਤੇ ਬਾਅਦ 'ਚ ਉਹਨਾਂ ਨੂੰ ਮੈਂ ਕਿਹਾ ਜੀ ਵੀ ਤੁਸੀਂ ਵੱਡੇ ਹੋ, ਤੁਸੀਂ ਤਾਂ ਮੇਰੇ ਤੋਂ ਵੱਡੇ ਹੋ, ਮੇਰੇ ਦਾਦਿਆਂ ਵਰਗੇ ਬਾਪੂਆਂ ਵਰਗੇ ਹੋ, ਵੀ ਤੁਸੀਂ ਕਿਉਂ ਖੜ੍ਹੇ ਹੋਏ? ਉਹ ਕਹਿੰਦੇ ਭਿੰਡਰ ਸਾਹਿਬ ਮੈਂ ਤੁਹਾਡੇ ਕਰਕੇ ਨਹੀਂ ਖੜ੍ਹਾ ਹੋਇਆ, ਮੈਂ ਹੋਰ। ਕਹਿੰਦੇ ਤੁਹਾਡੇ ਨਾਲ ਇੱਕ ਮਹਾਂਪੁਰਖ ਸਨ, ਉਹਨਾਂ ਨੇ ਸਿਰ ਦੇ ਉੱਤੇ ਨਾ ਪਰਾਤ ਭਰੀ ਹੋਈ ਦੇਗ ਦੀ ਚੱਕੀ ਹੋਈ ਸੀ, ਅਸੀਂ ਤਾਂ ਉਹਨਾਂ ਦੇ ਸਤਿਕਾਰ ਵਜੋਂ ਖੜ੍ਹੇ ਹੋਏ ਸੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਉਹ ਕਿਹੋ ਜਿਹੇ ਸਨ। ਜਦੋਂ ਨਾ ਸਾਰੀ ਨੁਹਾਰ ਦੱਸੀ, ਮੈਂ ਕਿਹਾ ਓਹੋ ਇਹ ਤਾਂ ਸੰਤ ਸੁਖਦੇਵ ਸਿੰਘ ਜੀ ਮੇਰੇ ਨਾਲ ਸਨ। ਸੋ ਜਦੋਂ ਬੰਦੇ ਦਾ ਪਿਆਰ ਹੁੰਦਾ ਜਿਸ ਮਹਾਂਪੁਰਖ ਨਾਲ, ਉਹਨਾਂ ਦਾ ਪਹਿਰਾ ਲਾ ਜਾਂਦਾ ਬੰਦੇ 'ਤੇ। ਹਾਂ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਉਹ ਮੈਨੂੰ ਬਹੁਤ ਕੁਝ ਦੱਸਣਾ ਚਾਹੁੰਦੇ ਸਨ, ਪਰ ਉਹਨਾਂ ਦੀ ਘਰ ਵਾਲੀ ਨਹੀਂ ਸੀ ਦੱਸਣ ਦਿੰਦੀ, ਉਹ ਟੋਕ ਦਿਆ ਕਰਦੇ ਸੀ। ਹਾਂਜੀ, ਜਦੋਂ ਕਦੇ ਮੈਨੂੰ ਕੋਈ ਦੱਸਦੇ ਸਨ, ਫਿਰ ਜੋ ਇਕੱਲੇ ਹੁੰਦੇ ਸਨ ਉਦੋਂ ਦੱਸਦੇ ਹੁੰਦੇ ਸਨ। ਨਹੀਂ ਤਾਂ ਘਰ ਕਹਿੰਦੇ ਨਹੀਂ ਨਹੀਂ ਸ਼ਕਤੀ ਨਸ਼ਟ ਹੋ ਜਾਂਦੀ, ਦੱਸਣ ਨਾ, ਦੱਸਿਆ ਨਾ ਕਰੋ। ਸੋ ਇਸ ਲਈ ਉਹ ਆ ਗਏ ਸੰਤ ਸੀਤਲ ਸਿੰਘ ਜੀ ਮਹਾਰਾਜ ਕੋਲ। ਕਹੀਂ ਤੁਸੀਂ ਬਾਕਿਆਂ ਨੂੰ ਵੀ ਸ਼ਬਦ ਦਿੰਦੇ ਹੋ, ਚਲੀ ਹਾਂ ਮੈਨੂੰ ਵੀ ਸ਼ਬਦ ਦੇ ਦਿਓ। ਉਹ ਕਹਿੰਦੇ ਦੇਖ ਭਾਈ, ਤੂੰ ਸਾਡੀ ਮਾਲਾ ਦਾ ਮਣਕਾ ਨਹੀਂ ਹੈ, ਤੂੰ ਤਾਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਮਾਲਾ ਦਾ ਮਣਕਾ ਹੈ ਪਿਛਲੇ ਜਨਮ ਦਾ। ਤੂੰ ਉਹਨਾਂ ਕੋਲ ਜਾ, ਤੈਨੂੰ ਉੱਥੋਂ ਮਿਲੂਗਾ, ਮੇਰੇ ਤੋਂ ਨਹੀਂ ਤੈਨੂੰ ਮਿਲਣਾ। ਉਹ ਸਾਫ਼ ਹੀ ਕਹਿ ਦਿੰਦੇ ਸਨ।
ਮੇਰੇ ਨਾਲ ਕੁਝ ਸੰਗਤ ਚਲੀ ਗਈ, ਉਹਨਾਂ ਮੈਨੂੰ ਸ਼ਬਦ ਦੇਤਾ ਵੀ ਆ 40 ਦਿਨ ਇਹਦਾ ਜਾਪ ਕਰੋ, ਚਲੀਹਾ ਕਰੋ। ਦੂਜਿਆਂ ਨੇ ਮੰਗਿਆ, ਕਹਿੰਦੇ ਦੇਖੋ ਭਾਈ ਭਿੰਡਰ ਸਾਹਿਬ ਤਾਂ ਸਾਡੀ ਮਾਲਾ ਦੇ ਮਣਕੇ ਨੇ, ਅਸੀਂ 108 ਬੰਦਿਆਂ ਨੂੰ ਸ਼ਬਦ ਦੇਣਾ ਸੀ, ਇਹਨਾਂ ਨੂੰ ਇਹ ਅਖੀਰਲਾ 108ਵਾਂ, ਅਸੀਂ ਇਹਨੂੰ ਸ਼ਬਦ ਦੇਤਾ, ਤੁਹਾਨੂੰ ਸ਼ਬਦ ਨਹੀਂ ਮਿਲ ਸਕਦਾ। ਹਾਂ, ਪਾਠ ਲੈਣਾ ਤਾਂ ਲੈ ਲਓ ਵੀ। ਉਹ ਕਹਿੰਦੇ ਸ਼ਬਦ ਅਤੇ ਪਾਠ 'ਚ ਕੀ ਫਰਕ ਹੈ? ਪਾਠ 'ਚ ਕਹਿੰਦੇ ਸੁਖਮਨੀ ਸਾਹਿਬ ਦਾ ਲੈ ਲਓ, ਹੋਰ ਜਿਹੜਾ ਮਰਜ਼ੀ ਪਾਠ ਲੈ ਲਓ, ਸ਼ਬਦ ਦੀ ਤਾਂ ਫਿਰ ਕਮਾਈ ਕਰਨੀ ਪੈਗੀ, ਉਹਦਾ ਚਲੀਹਾ ਕਰਨਾ ਪੈਣਾ, ਅਤੇ ਫਿਰ ਜੋ ਸ਼ਬਦ ਦੇ ਵਿੱਚ ਹੈ ਉਹ ਫਿਰ ਪ੍ਰਾਪਤ ਹੋ ਜਾਂਦਾ ਸਮਾਂ ਪਾ ਕੇ। ਸੋ ਸਾਫ਼ ਹੀ ਕਹਿੰਦੇ ਕਰਦੇ ਸਨ, ਨਹੀਂ ਤਾਂ ਮੈਂ ਹੋਰ ਕਿਸੇ ਮਹਾਂਪੁਰਖ ਨੂੰ ਕਹਿੰਦੇ ਨਹੀਂ ਸੁਣਿਆ ਕਿ ਤੂੰ ਭਾਈ ਸਾਡੀ ਮਾਲਾ ਦਾ ਮਣਕਾ ਨਹੀਂ। ਔਰ ਕਹਿੰਦਾ ਸ਼ੁਕਰ ਹੈ ਚੇਲਾ ਆਇਆ ਕੋਈ, ਹੋਰ ਕਿਸੇ ਨੂੰ ਨਹੀਂ ਹੈਗਾ। ਉਹ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਹਾਂ, 500 ਸਾਲ ਪਿੱਛੋਂ ਤੱਕ ਜਿਉਂ ਮੈਨੂੰ ਲੱਗੇ ਦੱਸਣ, ਪਹਿਲਾਂ ਤੂੰ 500 ਸਾਲ ਪਹਿਲਾਂ ਤੂੰ ਆਹ ਸੀ, ਫਿਰ ਤੂੰ ਆਹ ਬਣਿਆ, 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 ਹੁਣ ਕਹਿੰਦੇ ਤੂੰ ਹੈ। ਤੇਰੀ ਹਰ ਜਨਮ ਦੇ ਵਿੱਚ 80-85 ਸਾਲ ਉਮਰ ਰਹੀ ਹੈ। ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਮੈਨੂੰ ਦੱਸਣਾ ਸ਼ੁਰੂ ਕੀਤਾ ਸੀ। ਕਹਿੰਦੇ ਗੁਰੂ ਨਾਨਕ ਦੇਵ ਦੀ ਸੰਗਤ 1.5 ਮਹੀਨਾ ਕੀਤੀ ਹੈ। ਤੂੰ ਸੀ ਸ਼ਿਵਨਾਥ ਦਾ ਰਾਜਾ, ਸ਼ਿਵਨਾਥ ਹੋਇਆ ਨਾ ਸੰਗਲਾ ਦੀਪ ਦੇ, ਕਹਿ ਤੂੰ ਉਹਨਾਂ ਦਾ ਮਨਿਸਟਰ ਸੀ, ਮੰਤਰੀ ਸੀ, ਅਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲਣ ਗਏ ਸਨ ਉਦੋਂ ਦਾ। ਫਿਰ ਤੂੰ ਇੱਕ ਵਾਰੀ ਕਹਿੰਦੇ ਬਣਿਆ ਬੋਧੀਆਂ ਦਾ, ਇੱਕ ਤਾਂ ਦਲਾਈ ਲਾਮਾ ਹੁੰਦਾ ਸਭ ਤੋਂ ਵੱਡਾ, ਇੱਕ ਇਕੱਲੇ ਲਾਮੇ ਹੁੰਦੇ ਨੇ, ਇੱਕ ਜਨਮ ਤੂੰ ਲਾਮਾ ਬਣਿਆ, ਇੱਕ ਜਨਮ ਤੂੰ ਕਸ਼ਮੀਰ ਦੇ ਵਿੱਚ ਸ਼ਿਵ ਜੀ ਦੇ ਮੰਦਰ ਦਾ ਪੁਜਾਰੀ ਬਣਿਆ। ਫਿਰ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆ ਗਿਆ, ਫਿਰ ਤੂੰ ਸਿੱਖ ਬਣਿਆ, ਅਤੇ ਫਿਰ ਤੂੰ ਅੱਗੇ ਸਿੱਖੀ 'ਚ ਚੱਲਦਾ ਰਿਹਾ। ਗੁਰੂ ਗੋਬਿੰਦ ਸਿੰਘ ਦਰਬਾਰ ਦੇ ਵਿੱਚ ਭਾਈ ਮਨੀ ਸਿੰਘ ਤੋਂ ਸੰਥਿਆ ਲਈ ਸੀ, ਕਹਿੰਦੇ ਹਾਂ, ਇਸ ਲਈ ਕਹਿੰਦੇ ਤੂੰ ਹੁਣ ਸੰਥਿਆ ਦਿੰਦਾ। ਹਾਂਜੀ, ਇਸ ਤਰ੍ਹਾਂ ਦੱਸਦੇ ਗਏ, ਅਤੇ ਫਿਰ ਉਹਨਾਂ ਨੇ ਫਿਰ ਜੀਵਨ ਮੇਰਾ ਦੱਸਿਆ ਉਹਨਾਂ ਨੇ। ਹੁਣ ਕਹਿੰਦੇ ਮੈਂ 500 ਸਾਲ ਮਗਰ ਤੱਕ ਦੱਸ ਸਕਦਾ ਹਾਂ। ਬਾਕੀ ਕਹਿੰਦੇ ਜੇ ਗੁਰੂ ਮਹਾਰਾਜ ਨੇ ਉਹ ਤਾਂ ਤ੍ਰਿਕਾਲਦਰਸ਼ੀ ਸਨ, ਉਹ ਤਾਂ ਲੱਖਾਂ ਸਾਲਾਂ ਮਗਰ ਤੱਕ ਦੱਸ ਸਕਦੇ ਸਨ। ਹਾਂਜੀ, ਆਪਣੀ ਆਪਣੀ ਸਮਰੱਥਾ ਹੁੰਦੀ ਹੈ। ਖੈਰ, ਗੁਰੂ ਮਹਾਰਾਜ ਕਹਿੰਦੇ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੇ ਰਹਿੰਦੇ ਨੇ, ਭਾਵ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇ, ਲੋਕ ਪਰਲੋਕ 'ਚ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਹਨ। 8 ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ, ਜਿਹੜੇ 8 ਪਹਿਰ ਹੀ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੇ ਰਹਿੰਦੇ ਨੇ, ਰਤੇ ਰੰਗ ਅਪਾਰ, ਉਹ ਪਰਮਾਤਮਾ ਦੇ ਪਿਆਰ 'ਚ ਰੰਗੇ ਜਾਂਦੇ ਹਨ। ਰੰਗ ਤਾਂ ਮਤਲਬ ਪਿਆਰ ਹੈ, ਉਹ ਉਹਨਾਂ 'ਤੇ ਪਰਮਾਤਮਾ ਦੇ ਪਿਆਰ ਦਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ, ਪਰਮਾਤਮਾ ਜਿਹੜਾ ਸੁੱਖਾਂ ਦਾ ਸਾਗਰ ਹੈ। ਇਹ ਨਹੀਂ ਵੀ 2-4 ਕੋਈ ਸੁੱਖ ਨੇ ਉਹਦੇ ਕੋਲ, ਪਰਮਾਤਮਾ ਸੁੱਖਾਂ ਦਾ ਸਾਗਰ ਹੈ। ਗੁਰੂ ਮਹਾਰਾਜ ਕਹਿੰਦੇ ਅਸੀਂ ਉਸ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ। ਸ਼੍ਰੀ ਰਾਗ ਮਹਿਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੇ, ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਐ, ਲਾਗੈ ਸਹਿਜ ਧਿਆਨ। ਪੰਚਮ ਪਾਤਸ਼ਾਹ ਕਹਿੰਦੇ ਪੂਰਾ ਸਤਿਗੁਰ ਜੇ ਮਿਲੇ, ਜੇ ਕਹਿੰਦੇ ਪੂਰਾ ਗੁਰੂ ਮਿਲ ਜੇ ਨਾ, ਪਾਈਐ ਸ਼ਬਦ ਨਿਧਾਨ, ਨਾਮ ਦਾ ਜੋ ਖਜ਼ਾਨਾ ਹੈ ਨਾ, ਨਾਮ ਨੂੰ ਸ਼ਬਦ ਨੂੰ ਖਜ਼ਾਨਾ ਗਿਣਿਆ ਗਿਆ ਹੈ। ਫਿਰ ਕਹਿੰਦੇ ਪਾਈਐ ਸ਼ਬਦ ਨਿਧਾਨ, ਉਹਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ, ਫਿਰ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਅਤੇ ਫਿਰ ਮਨੁੱਖ ਅੰਮ੍ਰਿਤ ਨਾਮ
ਉਹ ਨਾਮ ਜਿਹੜਾ ਮਨੁੱਖ ਨੂੰ ਅਮਰ ਕਰ ਦੇਵੇ, ਜੰਮਣ ਮਰਨ ਤੋਂ ਰਹਿਤ ਕਰ ਦੇਵੇ। ਕਹਿੰਦੇ ਜਪੀਐ ਅੰਮ੍ਰਿਤ ਨਾਮ, ਅਮਰ ਕਰ ਦੇਣ ਵਾਲੇ ਨਾਮ ਨੂੰ ਫਿਰ ਬੰਦਾ ਜਪਦਾ ਹੈ ਜਦੋਂ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਾ ਆਪਾਂ ਇੱਥੇ ਆਏ ਹਾਂ ਅਤੇ ਨਾ ਮੈਂ ਉਹਦੀ ਕਿਰਪਾ ਤੋਂ ਬਿਨਾਂ ਬੋਲ ਰਿਹਾ ਹਾਂ। ਉਹਦੀ ਕਿਰਪਾ ਹੈ, ਇਸ ਲਈ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਕੁਝ ਵੀ ਛੋਟਾ ਵੱਡਾ ਜੋ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ ਉਹਦਾ ਧੰਨਵਾਦ ਕਰਨਾ। ਇਹ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ। ਜਨਮ ਮਰਨ ਦੁੱਖ ਕਾਟੀਐ, ਲਾਗੈ ਸਹਿਜ ਧਿਆਨ। ਫਿਰ ਸਹਿਜ ਸੁਭਾਈ ਪਰਮਾਤਮਾ ਨਾਲ ਧਿਆਨ ਜੁੜ ਜਾਂਦਾ ਹੈ ਅਤੇ ਬੰਦੇ ਦਾ ਫਿਰ ਜੰਮਣ ਮਰਨ ਖਤਮ ਹੋ ਜਾਂਦਾ ਹੈ। ਕਿਉਂਕਿ ਜੰਮਣ ਮਰਨਾ ਵੀ ਇੱਕ ਦੁੱਖ ਹੈ। ਉਹ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਉਹ ਖਤਮ ਹੋ ਜਾਂਦਾ ਹੈ। ਮੇਰੇ ਮਨ ਪ੍ਰਭ ਸ਼ਰਨਾਈ ਪਾਏ, ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ ਰਹਾਉ। ਕੀਮਤ ਕਹਿਣ ਨਾ ਜਾਈਏ, ਸਾਗਰ ਗੁਣੀ ਅਥਾ। ਵਡ ਭਾਗੀ ਗਗਨ ਬਿਆਰੀ ਬਿੰਦੀ, ਵਡ ਭਾਗੀ ਮਿਲ ਸੰਗਤੀ। ਸੱਚਾ ਸ਼ਬਦ ਵਿਸਾ, ਕਰ ਸੇਵਾ ਸੁਖ ਸਾਗਰੈ। ਸਿਰ ਸ਼ਾਹ ਪਾਤਸ਼ਾਹ। ਮੇਰੇ ਮਨ ਪ੍ਰਭ ਸ਼ਰਨਾਈ ਪਾਏ। ਹੇ ਮੇਰੇ ਮਨਾ, ਪਰਮਾਤਮਾ ਦੀ ਸ਼ਰਨ 'ਚ ਆ ਜਾ। ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ। ਪਰਮਾਤਮਾ ਤੋਂ ਬਿਨਾਂ ਹੋਰ ਪਰਮਾਤਮਾ ਵਰਗਾ ਕੋਈ ਨਹੀਂ, ਇਸ ਲਈ ਉਸ ਇੱਕ ਪਰਮਾਤਮਾ ਦਾ ਹੀ ਨਾਮ ਜਪ। ਕੀਮਤ ਕਹਿਣ ਨਾ ਜਾਈਏ, ਸਾਗਰ ਗੁਣੀ ਅਥਾ। ਪਰਮਾਤਮਾ ਤਾਂ ਬੇਅੰਤ ਗੁਣਾਂ ਦਾ ਸਾਗਰ ਹੈ। ਪਰਮਾਤਮਾ ਬੇਅੰਤ ਗੁਣਾਂ ਦਾ ਸਾਗਰ ਹੈ। ਉਹਦੇ ਗੁਣਾਂ ਦੀ ਕੀਮਤ ਪਾਈ ਹੋਈ ਨਹੀਂ ਜਾ ਸਕਦੀ। ਵਡਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾ। ਕਹਿੰਦੇ ਵੱਡੇ ਭਾਗਾਂ ਨਾਲ ਸਤ ਸੰਗਤ 'ਚ ਮਿਲ ਕੇ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਦਾ ਲਾਹਾ ਖੱਟ। ਵਿਸਾ ਸੌਦਾ ਕਰਨਾ, ਲਾਹਾ ਖੱਟਣਾ। ਤੂੰ ਸੱਚਾ ਸ਼ਬਦ ਵਿਸਾ, ਸੱਚਾ ਸੌਦਾ ਕਰ। ਨਾਮ ਦਾ ਸੱਚਾ ਸੌਦਾ ਕਰ ਤੂੰ। ਕਰ ਸੇਵਾ ਸੁਖ ਸਾਗਰ ਹੈ, ਸਿਰ ਸ਼ਾਹਾਂ ਪਾਤਸ਼ਾਹ। ਪਰਮਾਤਮਾ ਹੈਗਾ ਸੁੱਖਾਂ ਦਾ ਸਾਗਰ, ਉਹ ਸ਼ਾਹਾਂ ਦਾ ਪਾਤਸ਼ਾਹ ਹੈ। ਉਹ ਤਾਂ ਸ਼ਾਹਾਂ ਦੇ ਸਿਰ 'ਤੇ ਵੀ ਪਾਤਸ਼ਾਹ ਹੈ। ਉਹ ਸੁੱਖਾਂ ਦਾ ਸਾਗਰ ਹੈ, ਉਹਦੀ ਕਹਿੰਦੇ ਸੇਵਾ ਕਰ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰੇ ਤਾਨ ਰਹਾਉ। ਨਿਮਾਣਿਆ ਪ੍ਰਭ ਮਾਣ ਤੂੰ, ਤੇਰੇ ਸੰਗ ਸਮਾਉ। ਚਰਨ ਕਮਲ ਕਾ ਆਸਰਾ, ਮੈਨੂੰ ਤਾਂ ਤੇਰੇ ਚਰਨ ਕਮਲਾਂ ਦਾ ਆਸਰਾ। ਦੂਜਾ ਨਾਹੀ ਠਾਉ, ਹੋਰ ਤਾਂ ਮੇਰੇ ਲਈ ਥਾਂ ਹੀ ਕੋਈ ਨਹੀਂ ਹੈ। ਹੋਰ ਕਿਤੇ ਮੇਰਾ ਆਸਰਾ ਨਹੀਂ, ਤੇਰੇ ਚਰਨ ਕਮਲਾਂ ਦਾ ਹੀ ਮੈਨੂੰ ਆਸਰਾ ਹੈ। ਮੈਂ ਧਰ ਤੇਰੀ ਪੈ ਪਾਰ ਬ੍ਰਹਮ, ਹੈ ਪਰਮਾਤਮਾ ਮੈਨੂੰ ਤਾਂ ਤੇਰਾ ਹੀ ਓਟ ਆਸਰਾ ਹੈ। ਧਰ ਓਟ ਆਸਰਾ, ਹੈ ਪਰਮਾਤਮਾ ਮੈਨੂੰ ਤਾਂ ਤੇਰਾ ਹੀ ਓਟ ਆਸਰਾ ਹੈ। ਤੇਰੇ ਤਾਣ ਰਹਾਉ, ਮੈਂ ਤਾਂ ਤੇਰੀ ਤਾਕਤ ਕਰਕੇ ਹੀ ਜਿਉਂਦਾ ਹਾਂ। ਤੇਰੀ ਤਾਕਤ ਦੇ ਆਸਰੇ ਮੇਰੇ ਨਾ ਤਾਣ ਤਾਕਤ। ਨਿਮਾਣਿਆ ਪ੍ਰਭ ਮਾਣ ਤੂੰ, ਹੈ ਪਰਮਾਤਮਾ ਤੂੰ ਤਾਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਕਿਉਂਕਿ ਨਿਮਾਣਿਆਂ ਨੂੰ ਕੋਈ ਮਾਣ ਨਹੀਂ ਦਿੰਦਾ, ਜਾਂ ਗੁਰੂ ਨਾਨਕ ਵਰਗੇ ਦਿੰਦੇ ਨੇ। ਕਿਉਂਕਿ ਉਹ ਕਹਿੰਦਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸਾ। ਕਹਿੰਦਾ ਸਾਡਾ ਤਾਂ ਸੰਗ ਸਾਥ ਨਿਮਾਣਿਆਂ ਨਿਤਾਣਿਆਂ ਨਾਲ ਹੈ।
ਵੱਡਿਆਂ ਤੋਂ ਅਸੀਂ ਕਹਿੰਦੇ ਕੀ ਲੈਣਾ। ਇਸੇ ਲਈ ਉਹ ਭਾਈ ਲਾਲੋ ਦੇ ਗਏ, ਮਲਕ ਭਾਗੋ ਦੇ ਨਹੀਂ ਗਏ। ਕਿਉਂ? ਨਿਮਾਣਿਆਂ ਨਾਲ ਹੀ ਉਹਨਾਂ ਦਾ ਪ੍ਰੇਮ, ਹੰਕਾਰੀਆਂ ਨਾਲ ਪ੍ਰੇਮ ਨਹੀਂ ਸੀ। ਅੱਗੇ ਕਹਿੰਦੇ ਹਰ ਜਪੀਐ ਆਰਾਧੀਐ, 8 ਪਹਿਰ ਗੋਵਿੰਦ, ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੋਖ ਉਤਾਰਿਆਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਹਰ ਜਪੀਐ ਆਰਾਧੀਐ, 8 ਪਹਿਰ ਗੋਬਿੰਦ। 8 ਪਹਿਰ, 3-3 ਘੰਟੇ ਦੇ ਸਮੇਂ ਨੂੰ ਪਹਿਰ ਕਹਿੰਦੇ ਨੇ। ਦਿਨ ਰਾਤ 24 ਘੰਟਿਆਂ ਦਾ ਹੁੰਦਾ, ਅਤੇ ਇਸ ਲਈ 8 ਪਹਿਰ ਹੁੰਦੇ ਆ। 4 ਪਹਿਰ ਦਿਨ ਦੇ ਗਿਣੇ ਗਿਣੇ, 4 ਪਹਿਰ ਰਾਤ ਦੇ ਗਿਣੇ ਗਿਣੇ। ਭਾਵ ਹਰ ਵਕਤ, ਹਰ ਵਕਤ ਹਰ ਜਪੀਐ ਆਰਾਧੀਐ, ਹਰੀ ਦਾ ਜਾਪ ਕਰਦੇ ਰਹਿਣਾ ਚਾਹੀਦਾ, ਹਰੀ ਦੀ ਆਰਾਧਨਾ ਕਰਦੇ ਰਹਿਣਾ ਚਾਹੀਦਾ, ਭਾਵ ਉਹਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ। ਫਿਰ ਸਾਡੀ ਜਿੰਦ ਨੂੰ, ਸਾਡੇ ਪ੍ਰਾਣਾਂ ਨੂੰ, ਸਾਡੇ ਤਨ ਨੂੰ, ਸਾਡੇ ਧਨ ਨੂੰ, ਸਾਡੀ ਜਿੰਦ ਨੂੰ ਕਿਰਪਾ ਕਰਕੇ ਇਹਨਾਂ ਦੀ ਰੱਖਿਆ ਕਰੇਗਾ। ਉਹ ਫਿਰ ਸਾਡੀ ਹਰ ਪ੍ਰਕਾਰ ਨਾਲ ਰੱਖਿਆ ਕਰੇਗਾ। ਕਹਿੰਦੇ ਬਸ 8 ਪਹਿਰ ਉਹਦਾ ਨਾਮ ਜਪੀ ਜਾਓ। ਨਾਨਕ ਸਗਲੇ ਦੋਖ ਉਤਾਰਿਆਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਪਰਮਾਤਮਾ ਬਖਸ਼ਿੰਦ ਹੈ, ਬਖਸ਼ਣਹਾਰ ਹੈ। ਜਿਹੜਾ ਵੀ ਸੱਚੇ ਦਿਲੋਂ ਉਹਦੀ ਸ਼ਰਨ 'ਚ ਆਉਂਦਾ, ਉਸ ਤੋਂ ਸੱਚੇ ਦਿਲੋਂ ਮੁਆਫੀ ਮੰਗਦਾ, ਸੱਚੇ ਦਿਲੋਂ ਤੋਬਾ ਕਰਦਾ ਵੀ ਸੱਚੇ ਪਾਤਸ਼ਾਹ ਅੱਗੇ ਤੋਂ ਮੈਂ ਇਹ ਨਹੀਂ ਕਰਦਾ, ਮੈਨੂੰ ਮੁਆਫ ਕਰ ਦੇ। ਅਤੇ ਗੁਰਬਾਣੀ ਕਹਿੰਦੇ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਬਖਸ਼ ਦਿੰਦਾ, ਕਿਉਂਕਿ ਉਹਦਾ ਸੁਭਾਅ ਹੀ ਬਖਸ਼ਿੰਦ ਹੈ, ਉਹ ਬਖਸ਼ਣਹਾਰ ਹੈ। ਨਾਨਕ ਸਗਲੇ ਦੋਖ, ਤਾਂ ਦੋਖ ਹੁੰਦਾ ਪਾਪ, ਜਿਹਨੂੰ ਕਹਿੰਦੇ ਦੋਸ਼। ਉਸ 'ਤੇ ਜੀ ਦੋਸ਼ ਲੱਗ ਗਿਆ ਵੀ ਇਹਨੇ ਚੋਰੀ ਕੀਤੀ, ਇਹਨੇ ਫਲਾਣਾ ਕੀਤਾ। ਪਰਮਾਤਮਾ ਸਾਰੇ ਪਾਪ ਮਨੁੱਖ ਦੇ ਲਾਹ ਦਿੰਦਾ ਹੈ ਅਤੇ ਫਿਰ ਉਹਨੂੰ ਬਖਸ਼ ਦਿੰਦਾ, ਕਿਉਂਕਿ ਬਖਸ਼ਿੰਦ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ। ਪ੍ਰੀਤ ਲੱਗੀ ਤਿਸ ਸੱਚ ਸਿਉ, ਮਰੈ ਨ ਆਵੈ ਜਾਏ, ਨਾ ਵਿਛੋੜਿਆਂ ਵਿਛੜੈ, ਸਭ ਮੈਂ ਰਿਹਾ ਸਮਾਏ। ਦੀਨ ਦਰਦ ਦੁਖ ਭੰਜਨਾ, ਸੇਵਕ ਕੈ ਸਤ ਭਾਏ। ਅਚਰਜ ਰੂਪ, ਇਹਨੂੰ ਆਚਰਜ ਨਹੀਂ ਪੜ੍ਹ ਦੇਣਾ, ਇਹ 2 ਸ਼ਬਦ ਨਹੀਂ ਹੈਗੇ। ਜੇ 2 ਸ਼ਬਦ ਹੁੰਦੇ ਫਿਰ ਪੜ੍ਹਦੇ ਆਚਰਜ। ਇਹ ਇੱਕੋ ਸ਼ਬਦ ਹੈ, ਪੂਰਾ ਸ਼ਬਦ ਹੈ ਅਸਚਰਜ। ਪੂਰਾ ਸ਼ਬਦ ਹੈ ਅਸਚਰਜ। ਇਹ ਗੱਲ ਬੜੀ ਅਸਚਰਜ ਹੈ, ਉਸ ਤੋਂ ਛੋਟਾ ਬਣਾਇਆ ਅਚਰਜ। ਅਚਰਜ ਰੂਪ ਨਿਰੰਜਨੋ, ਗੁਰ ਮਿਲਾਇਆ ਮਾਏ। ਪ੍ਰੀਤ ਲੱਗੀ ਤਿਸ ਸੱਚ ਸਿਉ, ਜਿਹਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਨਾ, ਮਰੈ ਨਾ ਆਵੈ ਜਾਏ। ਉਹ ਫਿਰ ਨਾ ਜੰਮਦਾ ਹੈ ਨਾ ਮਰਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਨਾ ਵਿਛੋੜਿਆਂ ਵਿਛੜੈ, ਜੇ ਅਸੀਂ ਆਪਣੇ ਉਹਨੂੰ ਵਿਛੋੜਨਾ ਵੀ ਚਾਹੀਏ ਨਾ, ਉਹ ਵਿਛੜਦਾ ਨਹੀਂ ਹੈ, ਉਹ ਵਿਛੜਦਾ ਨਹੀਂ, ਉਹ ਨਾਲ ਹੀ ਸਦਾ ਰਹਿੰਦਾ ਹੈ। ਤਾਂ ਹੀ ਕਹਿੰਦੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਪਰਮਾਤਮਾ ਦੀ ਰੀਤ ਹੈ ਕਿ ਜਿਹੜਾ ਨੂੰ ਵਸ 'ਚ ਕਰ ਲੈ ਫਿਰ ਛੱਡ ਕੇ ਨਹੀਂ ਜਾਂਦਾ, ਉਹਨੂੰ ਛੱਡ ਕੇ ਨਹੀਂ ਜਾਂਦਾ। ਬਸ ਵਸ ਕਰਨ ਦਾ ਇੱਕੋ ਹੀ ਢੰਗ ਹੈ, ਉਸਨੂੰ ਪਿਆਰ ਸਹਿਤ ਉਹਦਾ ਨਾਮ ਜਪੀ ਜਾਣਾ। ਕਿਸੇ ਨੂੰ ਵੀ ਤੁਸੀਂ ਵਸ 'ਚ ਕਰਨਾ, ਉਹਨੂੰ ਪਿਆਰ ਨਾਲ ਕੀਤਾ ਜਾ ਸਕਦਾ। ਡੰਡੇ ਦੇ ਜ਼ੋਰ ਨਾਲ ਅਸੀਂ ਆਪਣੀ ਗੱਲ 'ਤੇ ਮਨਾ ਸਕਦੇ ਹਾਂ,
ਪਰ ਉਹਨੂੰ ਵੱਸ 'ਚ ਨਹੀਂ ਕਰ ਸਕਦੇ। ਜਦੋਂ ਡੰਡੇ ਦਾ ਜ਼ੋਰ ਹਟੇਗਾ ਉਹ ਫਿਰ ਭੱਜੇਗਾ, ਇਹ ਭੱਜੇਗਾ। ਕਿਸੇ ਨੂੰ ਵੀ ਤੁਸੀਂ ਵੱਸ 'ਚ ਕਰਨਾ, ਉਹਨੂੰ ਪਿਆਰ ਕਰਨਾ ਪਏਗਾ ਬਸ। ਅਤੇ ਪਰਮਾਤਮਾ ਨੂੰ ਪਿਆਰ ਕਰਨ ਦਾ ਕੀ ਢੰਗ ਹੈ? ਵਾਹਿਗੁਰੂ 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 ਕਰੀ ਜਾਣਾ ਬਸ ਪਿਆਰ। ਫਿਰ ਜਦੋਂ ਮਿਲ ਜਾਂਦੇ ਨਾ ਵਿਛੋੜਿਆਂ ਵਿਛੜੇ, ਉਹ ਵਿਛੋੜਿਆਂ ਵੀ ਨਹੀਂ ਵਿਛੜਦਾ। ਸਭ ਮੈਂ ਰਿਹਾ ਸਮਾਏ, ਕਿਉਂਕਿ ਸਾਰੇ ਦੇ ਵਿੱਚ ਹੀ ਰਹਿੰਦਾ। ਵਿਛੜੇਗਾ ਕਿਵੇਂ? ਵਿਛੜੇਗਾ ਤਾਂ ਜੇ ਉਹ ਸਾਡੇ ਤੋਂ ਅੱਡ ਹੋਵੇ। ਉਹ ਤਾਂ ਰਹਿੰਦੇ ਹੀ ਸਾਡੇ ਵਿੱਚ, ਇਸ ਲਈ ਉਹ ਸਾਡੇ ਵਿਛੋੜਿਆਂ ਵੀ ਨਹੀਂ ਵਿਛੜਦਾ। ਦੀਨ ਦਰਦ ਦੁੱਖ ਭੰਜਨਾ, ਉਹ ਦੀਨਾਂ 'ਤੇ ਦਰਦ ਦਇਆ ਕਰਨ ਵਾਲਾ ਹੈ। ਉਹਨਾਂ ਦੀਨ ਨਿਮਾਣੇ ਨਿਤਾਣੇ, ਉਹਨਾਂ ਨੂੰ ਦਰਦ ਆਉਂਦਾ ਉਸਨੂੰ। ਦੀਨਾਂ ਦਾ ਦਰਦ, ਦੀਨਾਂ ਦਾ ਦੁੱਖ ਭੰਜਨਾ ਦਾ ਨਾਸ ਕਰਨ ਵਾਲਾ ਪਰਮਾਤਮਾ। ਜਿਹੜੇ ਨਿਮਾਣੇ ਨਿਤਾਣੇ ਹਨ, ਉਹਨਾਂ ਦੇ ਦੁੱਖ ਦਰਦ ਨੂੰ ਦੂਰ ਕਰ ਦਿੰਦਾ ਹੈ। ਸੇਵਕ ਹੈ ਸਤ ਪਾਏ, ਸਤ ਪਾਏ ਸੱਚੀ ਭਾਵਨਾ। ਸੇਵਕ ਦੀ ਸੱਚੀ ਭਾਵਨਾ ਹੋਣ ਕਾਰਨ ਉਹ ਕਹਿੰਦੇ ਉਹਦੇ ਦੁੱਖ ਦਰਦ ਸਭ ਦੂਰ ਕਰ ਦਿੰਦਾ ਹੈ। ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ। ਪਰਮਾਤਮਾ ਜਿਸ ਦਾ ਰੂਪ ਅਸਚਰਜ ਹੈ, ਨਿਰੰਜਨੋ ਜੋ ਮਾਇਆ ਤੋਂ ਨਿਰਲੇਪ ਹੈ। ਨਿਰ ਅੰਜਨੋ ਦੋ ਸ਼ਬਦਾਂ ਤੋਂ ਬਣਿਆ। ਨਿਰ ਬਿਨਾ, ਅੰਜਨੋ ਮਾਇਆ ਕਾਲਖ। ਪਰਮਾਤਮਾ ਮਾਇਆ ਤੋਂ ਨਿਰਲੇਪ ਹੈ। ਗੁਰ ਮਿਲਾਇਆ ਮਾਏ, ਗੁਰੂ ਮਹਾਰਾਜ ਉਸ ਮਿਲਾਉਂਦੇ ਨੇ ਉਸ ਨਾਲ। ਹੇ ਮਾਤਾ, ਗੁਰੂ ਨੇ ਪਰਮਾਤਮਾ ਨੂੰ ਜਿਹੜਾ ਅਸਚਰਜ ਰੂਪ ਹੈ, ਜੋ ਨਿਰੰਜਨ ਹੈ, ਉਹਦੇ ਨਾਲ ਮੇਲ ਕਰਾਤਾ, ਮਿਲਾ ਦਿੱਤਾ ਉਹਨੇ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਧ੍ਰਿਗ, ਸੁਖੀ ਨ ਦੀਸੈ ਕੋਇ ਰਹਾਉ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ, ਸਖਾ ਸਹਾਈ ਅਤ ਵੱਡਾ, ਊਂਚਾ ਵੱਡਾ ਅਪਾਰ। ਬਾਲਕ ਬਿਰਧ ਨ ਜਾਣੀਐ, ਨਿਹਚਲ ਤਿਸ ਦਰਬਾਰ। ਜੋ ਮੰਗੀਐ ਸੋਈ ਪਾਈਐ, ਨਿਧਾਰਾਂ ਆਧਾਰ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਹੇ ਭਰਾਵੋ, ਪਰਮਾਤਮਾ ਨੂੰ ਮਿੱਤਰ ਬਣਾਓ। ਮਾਇਆ ਮੋਹ ਪ੍ਰੀਤ ਧ੍ਰਿਗ, ਆ ਮਾਇਆ ਦਾ ਮੋਹ, ਮਾਇਆ ਦਾ ਪਿਆਰ ਤੇ ਧਿਰਕਾਰ ਯੋਗ ਹੈ। ਸੁਖੀ ਨਾ ਦਿਸੈ ਕੋਈ, ਮਾਇਆ ਨੂੰ ਮੋਹ ਕਰਕੇ ਕੋਈ ਸੁਖੀ ਨਹੀਂ ਦਿਸਦਾ। ਸੁਖੀ ਨਹੀਂ ਹੁੰਦਾ ਬੰਦਾ, ਸੁਖੀ ਤੇ ਨਾਮ ਜਪ ਕੇ ਹੀ ਹੁੰਦਾ ਹੈ। ਕਿ ਜਿੱਥੇ ਮਾਇਆ ਦਾ ਮੋਹ ਹੋਏਗਾ, ਉੱਥੇ ਬੁਰਾਈਆਂ ਜ਼ਰੂਰ ਹੋਣਗੀਆਂ। ਕਿਉਂਕਿ ਜਿਹੜੀ ਮਾਇਆ ਬਹੁਤੀ ਹੈ, ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਇਸ ਲਈ ਪਾਪਾਂ ਨਾਲ ਇਕੱਠੀ ਕੀਤੀ ਹੋਈ ਮਾਇਆ ਮਨੁੱਖ ਨੂੰ ਸੁੱਖ ਨਹੀਂ ਦਿੰਦੀ। ਦਸਾਂ ਨੌਂ ਦੀ ਕਿਰਤ ਵਾਲੀ ਮਾਇਆ ਹੀ ਸੁੱਖ ਦਿੰਦੀ ਹੈ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ। ਪਰਮਾਤਮਾ ਦਾਨਾ ਹੈ, ਸਿਆਣਾ ਹੈ, ਦਾਤਾ ਹੈ, ਸੀਲਵੰਤ, ਕਹਿੰਦਾ ਸੀਲ ਸੁਭਾਅ ਦਾ ਹੈ। ਇਹ ਕ੍ਰੋਧ ਵਾਲਾ ਨਹੀਂ, ਸਾਊ ਹੈ। ਪਰਮਾਤਮਾ ਸਾਊ ਹੈ, ਦਾਤਾ ਹੈ, ਸਿਆਣਾ ਹੈ, ਨਿਰਮਲ ਰੂਪ ਅਪਾਰ। ਉਹਦਾ ਨਿਰਮਲ ਰੂਪ ਹੈ, ਉਹ ਨਿਰਮਲ ਹੈ, ਉਹ ਬੇਅੰਤ ਹੈ। ਸਖਾ ਸਹਾਈ ਅਤ ਵੱਡਾ, ਉਹ ਤਾਂ ਬਹੁਤ ਵੱਡਾ ਮਿੱਤਰ ਹੈ। ਉਹ ਤਾਂ ਬਹੁਤ ਵੱਡਾ ਸਾਡੀ ਸਹਾਇਤਾ ਕਰਨ ਵਾਲਾ ਹੈ। ਉੱਚਾ ਵੱਡਾ ਅਪਾਰ, ਉਹ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਉਹ ਬਹੁਤ ਹੀ ਵੱਡਾ ਹੈ। ਉਹ ਤਾਂ ਸਾਡਾ ਸਖਾ ਹੈ, ਉਹ ਤਾਂ ਸਾਡਾ ਸਹਾਈ ਹੈ। ਬਾਲਕ ਬਿਰਧ ਨਾ ਜਾਣੀਐ, ਨਿਹਚਲ ਤਿਸ ਦਰਬਾਰ। ਉਹਦਾ ਦਰਬਾਰ ਸਦਾ ਰਹਿਣ ਵਾਲਾ ਹੈ। ਉਹ ਬੱਚਾ ਜਾਂ ਬੁੱਢਾ, ਇਸ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ। ਉਹ ਬਾਲਕ ਨਹੀਂ ਹੈ, ਉਹ ਬਿਰਧ ਨਹੀਂ ਹੈ। ਉਹ ਤਾਂ ਜਿਹੜਾ ਬਾਲਕ ਹੈ, ਉਹ ਜਵਾਨ ਵੀ ਹੋਏਗਾ ਅਤੇ ਬੁੱਢਾ ਵੀ ਹੋਏਗਾ। ਅਤੇ ਜਿਹੜਾ ਬੁੱਢਾ ਹੈ, ਉਹ ਮਰੇਗਾ ਵੀ। ਉਹ ਨਾ ਬਾਲਕ ਹੈ, ਨਾ ਬਿਰਧ ਹੈ। ਨਿਹਚਲ ਤਿਸ ਦਰਬਾਰ, ਉਹ ਤਾਂ ਸਦਾ ਰਹਿਣ ਵਾਲਾ ਹੈ।
ਉਹਦਾ ਦਰਬਾਰ ਵੀ ਸਦਾ ਰਹਿਣ ਵਾਲਾ ਹੈ। ਜੋ ਮੰਗੀਏ ਸੋਈ ਪਾਈਏ, ਜੋ ਵੀ ਪਰਮਾਤਮਾ ਤੋਂ ਮੰਗੋਗੇ ਉਹੀ ਮਿਲਦਾ ਹੈ। ਸਾਨੂੰ ਜੋ ਕੁਛ ਹੁਣ ਤੱਕ ਮਿਲਿਆ ਨਾ, ਇਹ ਅਸੀਂ ਕਿਸੇ ਨਾ ਕਿਸੇ ਜਨਮ 'ਚ ਮੰਗਿਆ ਸੀ। ਦੁੱਖ ਮਿਲ ਰਿਹਾ ਹੈ, ਇਹ ਵੀ ਮੰਗਿਆ ਸੀ। ਸੁੱਖ ਮਿਲ ਰਿਹਾ, ਇਹ ਵੀ ਮੰਗਿਆ ਸੀ। ਅਮੀਰੀ ਮਿਲੀ, ਇਹ ਵੀ ਮੰਗੀ ਸੀ। ਗਰੀਬੀ ਮਿਲੀ, ਵੀ ਮੰਗੀ ਸੀ, ਮੰਗਿਆ ਸੀ। ਕਿਸ ਰੂਪ 'ਚ ਮੰਗਿਆ ਸੀ, ਕਿਸ ਜਨਮ 'ਚ ਮੰਗਿਆ ਸੀ, ਉਹ ਗੱਲ ਵੱਖਰੀ ਹੈ। ਜੋ ਮਨੁੱਖ ਮੰਗਦਾ ਸੂਨਰ ਲੇਟਰ ਉਸ ਨੂੰ ਮਿਲਦਾ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇ। ਇਸ ਲਈ ਜੋ ਮੰਗੀਏ ਸੋਈ ਪਾਈਏ, ਨਿਧਾਰਾਂ ਆਧਾਰ। ਪਰਮਾਤਮਾ ਉਹਨਾਂ ਦਾ ਆਸਰਾ ਹੈ ਜਿਹਨਾਂ ਦਾ ਕੋਈ ਆਸਰਾ ਨਹੀਂ। ਜਿਹਨਾਂ ਦਾ ਕੋਈ ਆਸਰਾ ਨਹੀਂ, ਪਰਮਾਤਮਾ ਉਹਨਾਂ ਦਾ ਆਸਰਾ ਹੈ। ਅਤੇ ਜੋ ਪਰਮਾਤਮਾ ਤੋਂ ਮੰਗੀਏ, ਪਰਮਾਤਮਾ ਉਹੀ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।